ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਵਿੱਚ ਲਿਖੀਆਂ ਗਈਆਂ ਸੋਹਣੀਆਂ ਗਿਆਨਵਰਧਕ ਅਤੇ ਸਿੱਖਿਆਦਾਇਕ ਗੱਲਾਂ ਨੂੰ ਤੁਹਾਡੇ ਨਾਲ ਸਾਂਝਾ ਕਰਦਿਆਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸੇ ਸਿਲਸਿਲੇ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਕਿਤਾਬ ਤਾਰਿਆਂ ਦੀ ਦੁਨੀਆ ਵਿਚਲੀ ਅਹਿਮ ਜਾਣਕਾਰੀ ਸਾਂਝਾ ਕਰਾਂਗੀ। ਇਸ ਜਾਣਕਾਰੀ ਨੂੰ ਤੁਸੀਂ ਸਭ ਨਾਲ, ਖਾਸ ਤੌਰ 'ਤੇ ਬੱਚਿਆਂ ਨਾਲ ਦਿਲ ਖੋਲ੍ਹ ਕੇ ਸਾਂਝਾ ਕਰਨਾ ਤਾਂ ਕਿ ਉਹਨਾਂ ਦੇ ਮਨਾਂ ਵਿੱਚ ਪੰਜਾਬੀ ਦੇ ਪ੍ਰਤੀ ਮੋਹ ਪੈਦਾ ਹੋਵੇ ਅਤੇ ਉਹ ਪੰਜਾਬੀ ਲਿਖਣ, ਪੜ੍ਹਨ ਅਤੇ ਬੋਲਣ ਲਈ ਉਤਸ਼ਾਹਿਤ ਹੋਣ। ਧੰਨਵਾਦ। ਤਾਰਿਆਂ ਦੀ ਦੁਨੀਆ। ਇਸ ਵਿੱਚ ਮੈਂ ਤੁਹਾਡੇ ਨਾਲ ਤਾਰਿਆਂ ਦੇ ਵੱਡੇ ਵੱਡੇ ਸੰਗ੍ਰਹਿ, ਰਾਸਾਂ, ਤਾਰਿਆਂ ਦੇ ਫਾਸਲੇ, ਤਾਰਿਆਂ ਦੀ ਚਾਲ, ਤਾਰਿਆਂ ਦਾ ਸਾਈਜ਼ ਅਤੇ ਭਾਰ, ਦੂਰੇ ਅਤੇ ਬਹੁਗਿਣਤ ਤਾਰਿਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੀ। ਤਾਰੇ। ਅੰਦਾਜ਼ਾ ਲਾਇਆ ਗਿਆ ਹੈ ਕਿ ਸ੍ਰਿਸ਼ਟੀ ਦੇ ਅਨੰਤ ਪੁਲਾੜ ਵਿੱਚ ਤਾਰਿਆਂ ਨੂੰ ਬਣਿਆ ਕਰੋੜਾਂ ਸਾਲ ਹੋ ਗਏ ਹਨ। ਕਈ ਤਾਰੇ ਆਪਣੀ ਉਮਰ ਭੋਗ ਕੇ ਖਤਮ ਹੋ ਜਾਂਦੇ ਹਨ ਅਤੇ ਕਈ ਨਵੇਂ ਜਨਮ ਲੈਂਦੇ ਹਨ। ਨਵੇਂ ਤਾਰੇ ਇਸ ਤਰ੍ਹਾਂ ਹੋਂਦ ਵਿੱਚ ਆਉਂਦੇ ਹਨ। ਪੁਲਾੜ ਦੇ ਵਿਚਲੇ ਕੁਝ ਠੋਸ ਪਦਾਰਥ ਦਾ ਅੱਧਾ ਹਿੱਸਾ ਮਿੱਟੀ ਦੇ ਬਰੀਕ ਬਰੀਕ ਕਿਣਕਿਆਂ ਦਾ ਬਣਿਆ ਹੋਇਆ ਹੈ। ਇਹ ਕਿਣਕੇ ਪੁਲਾੜ ਵਿੱਚ ਕੱਟੇ ਵਾਂਗ ਉੱਡਦੇ ਰਹਿੰਦੇ ਹਨ। ਇਹਨਾਂ ਦਾ ਤਾਪਮਾਨ -4.59 ਡਿਗਰੀ ਫਾਰਨਹਾਈਟ ਹੋਣ ਕਰਕੇ ਇਹ ਠੰਡੇ ਯਖ ਹੁੰਦੇ ਹਨ। ਮਿੱਟੀ ਦੇ ਇਹਨਾਂ ਕਿਣਕਿਆਂ ਵਾਂਗ ਪੁਲਾੜ ਵਿੱਚ ਪਰਮਾਣੂ ਬੜੀ ਤੇਜ਼ ਰਫ਼ਤਾਰ ਨਾਲ ਇੱਧਰ ਉੱਧਰ ਫਿਰ ਰਹੇ ਹੁੰਦੇ ਹਨ। ਪਰਮਾਣੂਆਂ ਅਤੇ ਮਿੱਟੀ ਦੇ ਕਿਣਕਿਆਂ ਵਿੱਚ ਆਮ ਤੌਰ 'ਤੇ ਇਤਨੀ ਵਿੱਥ ਹੁੰਦੀ ਹੈ ਕਿ ਇਹਨਾਂ ਦੀ ਇੱਕ ਦੂਜੇ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੁੰਦੀ। ਪਰ ਜੇ ਰੱਬ ਸਬੱਬੀ ਮਿੱਟੀ ਦੇ ਕਿਣਕੇ ਨਾਲ ਕੋਈ ਪਰਮਾਣੂ ਟਕਰਾ ਜਾਏ ਤਾਂ ਮਿੱਟੀ ਦੇ ਕਿਣਕੇ ਨਾਲ ਲੱਗ ਕੇ ਉਹ ਪਰਮਾਣੂ ਵੀ ਜੰਮ ਜਾਂਦਾ ਹੈ। ਇਸ ਤਰ੍ਹਾਂ ਜਦ ਇੱਕ ਕਿਣਕਾ ਬਾਕੀ ਕਿਣਕਿਆਂ ਕੋਲੋਂ ਕੁਝ ਵੱਡਾ ਹੋ ਜਾਂਦਾ ਹੈ ਤਾਂ ਉਹ ਦੂਜੇ ਛੋਟੇ ਕਿਣਕਿਆਂ ਅਤੇ ਪਰਮਾਣੂਆਂ ਨੂੰ ਆਪਣੀ ਵੱਲ ਖਿੱਚਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਇਸ ਦਾ ਘੇਰਾ ਵੱਡਾ ਹੁੰਦਾ ਜਾਂਦਾ ਹੈ ਅਤੇ ਹੌਲੀ ਹੌਲੀ ਇਸ ਦੇ ਅੰਦਰ ਦਬਾਅ ਵੱਧਦਾ ਜਾਂਦਾ ਹੈ। ਦਬਾਅ ਵਧਣ ਨਾਲ ਇਸ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ। ਇਸ 'ਤੇ ਲੱਗੇ ਤਾਰਿਆਂ ਦੀ ਰੋਸ਼ਨੀ ਪੈਣ ਨਾਲ ਇਸ ਦਾ ਤਾਪਮਾਨ ਹੋਰ ਵੀ ਵੱਧ ਜਾਂਦਾ ਹੈ। ਹੌਲੀ ਹੌਲੀ ਕਈ ਲੱਖਾਂ ਕਰੋੜਾਂ ਸਾਲਾਂ ਪਿੱਛੋਂ ਇਹ ਵੱਧਦਾ ਇੱਕ ਤਾਰਾ ਬਣ ਜਾਂਦਾ ਹੈ। ਕਈਆਂ ਹਾਲਤਾਂ ਵਿੱਚ ਇਸ ਦਾ ਕੁਝ ਹਿੱਸਾ ਨਿਖਰ ਜਾਂਦਾ ਹੈ। ਉਸ ਤੋਂ ਹੋਰ ਧਰਤੀਆਂ ਬਣ ਕੇ ਇਸ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦੀਆਂ ਹਨ ਅਤੇ ਇਸ ਤਰ੍ਹਾਂ ਗ੍ਰਹਿਾਂ ਦਾ ਆਰੰਭ ਹੁੰਦਾ ਹੈ। ਪੁਲਾੜ ਵਿੱਚ ਜਿੰਨਾ ਠੋਸ ਪਦਾਰਥ ਹੈ ਉਸ ਦੀ ਮਿੱਟੀ ਦੇ ਕਿਣਕਿਆਂ ਤੋਂ ਇਤਨੇ ਹੀ ਤਾਰੇ ਹੋਰ ਬਣ ਸਕਦੇ ਹਨ ਜਿੰਨੇ ਕਿ ਆਕਾਸ਼ ਵਿੱਚ ਇਸ ਵੇਲੇ ਚਮਕ ਰਹੇ ਹਨ। ਟੈਲੀਸਕੋਪ ਦੀ ਸਹਾਇਤਾ ਤੋਂ ਬਿਨਾਂ ਆਕਾਸ਼ ਵਿੱਚ ਸਾਨੂੰ ਇੱਕੋ ਵੇਲੇ 3 ਤੋਂ ਲੈ ਕੇ 4000 ਤੱਕ ਤਾਰੇ ਦਿਸਦੇ ਹਨ। ਇਹ ਸਾਰੇ ਤਾਰੇ ਇੱਕੋ ਜਿਹੇ ਨਹੀਂ ਚਮਕਦੇ, ਕਈ ਬਹੁਤ ਚਮਕਦੇ ਹਨ ਅਤੇ ਕਈ ਬਹੁਤ ਘੱਟ। ਤਾਰਿਆਂ ਨੂੰ ਉਹਨਾਂ ਦੀ ਚਮਕ ਦੇ ਅਨੁਸਾਰ 6 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਹ ਸ਼੍ਰੇਣੀਆਂ ਸਿਲਸਿਲੇਵਾਰ ਇੱਕ ਦੂਜੀ ਸ਼੍ਰੇਣੀ ਤੋਂ 2.5 ਗੁਣਾ ਜ਼ਿਆਦਾ ਚਮਕਦੀਆਂ ਹਨ, ਅਰਥਾਤ ਸਭ ਤੋਂ ਘੱਟ ਚਮਕਣ ਵਾਲੀ ਸ਼੍ਰੇਣੀ ਤੋਂ ਜ਼ਿਆਦਾ ਚਮਕਣ ਵਾਲੀ ਸ਼੍ਰੇਣੀ ਦੇ ਤਾਰਿਆਂ ਦੀ ਚਮਕ ਉਸ ਤੋਂ 2.5 ਗੁਣਾ ਹੈ। ਇਸੇ ਤਰ੍ਹਾਂ ਉਸ ਤੋਂ ਅਗਲੀ ਸ਼੍ਰੇਣੀ ਦੇ ਤਾਰਿਆਂ ਦੀ ਚਮਕ ਪਿਛਲੀ ਸ਼੍ਰੇਣੀ ਦੇ ਤਾਰਿਆਂ ਨਾਲੋਂ 2.5 ਗੁਣਾ ਜ਼ਿਆਦਾ ਹੈ। ਸਾਨੂੰ ਇੰਝ ਲੱਗਦਾ ਹੈ ਕਿ ਸਭ ਤਾਰੇ ਇੱਕ ਥਾਂ 'ਤੇ ਖੜ੍ਹੇ ਹਨ, ਪਰ ਇਹ ਸਾਡਾ ਭੁਲੇਖਾ ਹੈ। ਇਹ ਤਾਰੇ ਪੁਲਾੜ ਵਿੱਚ ਬੜੀ ਤੇਜ਼ੀ ਨਾਲ ਸਫ਼ਰ ਕਰ ਰਹੇ ਹਨ। ਸਾਨੂੰ ਇਹ ਇਸ ਲਈ ਇੱਕ ਥਾਂ 'ਤੇ ਖੜ੍ਹੇ ਲੱਗਦੇ ਹਨ ਕਿਉਂਕਿ ਇਹ ਸਾਡੇ ਕੋਲ ਅਸਹਿ ਫਾਸਲਾ ਦੂਰ ਹਨ। ਆਕਾਸ਼ ਵਿੱਚ ਕੁਝ ਤਾਰਿਆਂ ਦੀਆਂ ਆਪਸ ਵਿੱਚ ਮਿਲ ਕੇ ਵੱਖ-ਵੱਖ ਸ਼ਕਲਾਂ ਬਣੀਆਂ ਹੋਈਆਂ ਹਨ। ਜਿਸ ਤਰ੍ਹਾਂ ਸਪਤਰਿਸ਼ੀ ਦੇ 7 ਤਾਰੇ ਹਨ। ਇਹ ਸਦੀਆਂ ਤੋਂ ਇਸੇ ਸ਼ਕਲ ਵਿੱਚ ਦਿਸਦੇ ਆ ਰਹੇ ਹਨ। ਤਾਰਿਆਂ ਦੇ ਇਸ ਸੰਗ੍ਰਹਿ ਵੱਲ ਧਿਆਨ ਨਾਲ ਵੇਖੀਏ ਤਾਂ ਇਸ ਵਿੱਚ ਬਹੁਤ ਸਾਰੇ ਹੋਰ ਮੱਧਮ ਤਾਰੇ ਵੀ ਦਿਸਣਗੇ ਅਤੇ ਜੇ ਇਸ ਨੂੰ ਸੰਗ੍ਰਹਿ ਨੂੰ ਟੈਲੀਸਕੋਪ ਰਾਹੀਂ ਦੇਖਿਆ ਜਾਏ ਤਾਂ ਸਾਨੂੰ ਇਸ ਵਿੱਚ ਪਹਿਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਤਾਰੇ ਨਜ਼ਰ ਆਉਣਗੇ। ਇਹਨਾਂ ਸਾਰੇ ਤਾਰਿਆਂ ਨੂੰ ਤਾਰਿਆਂ ਦਾ ਇੱਕ ਵਿਸ਼ੇਸ਼ ਸੰਗ੍ਰਹਿ ਕਿਹਾ ਜਾਂਦਾ ਹੈ। ਲੰਬਾਈ ਜਾਂ ਚੌੜਾਈ ਦੇ ਲਿਹਾਜ਼ ਨਾਲ ਇਹਨਾਂ ਸੰਗ੍ਰਹਿਾਂ ਦੀਆਂ ਸੀਮਾ ਹੁੰਦੀਆਂ ਹਨ, ਪਰ ਡੂੰਘਾਈ ਦੇ ਲਿਹਾਜ਼ ਨਾਲ ਇਹ ਅਥਾਹ ਹੁੰਦੇ ਹਨ ਕਿਉਂਕਿ ਟੈਲੀਸਕੋਪ ਜਿੰਨੀ ਵੱਧ ਦੂਰੀ ਤੱਕ ਵੇਖ ਸਕੇਗੀ ਉਤਨੀ ਹੀ ਦੂਰੀ ਤੱਕ ਇਸ ਵਿੱਚ ਹੋਰ ਤਾਰੇ ਦਿਸਦੇ ਜਾਣਗੇ। ਲੰਬਾਈ ਚੌੜਾਈ ਰੁੱਖ ਇਹ ਬੇਸ਼ੱਕ ਇੱਕ ਦੂਜੇ ਦੇ ਨੇੜੇ ਪ੍ਰਤੀਤ ਹੁੰਦੇ ਹਨ, ਪਰ ਡੂੰਘਾਈ ਦੇ ਲਿਹਾਜ਼ ਨਾਲ ਇਹ ਤਾਰੇ ਆਪਸ ਵਿੱਚ ਕਰੋੜਾਂ ਮੀਲ ਦੂਰ ਹਨ। ਸਪਤਰਿਸ਼ੀ ਦੇ ਲਾਗੇ ਤਾਰਿਆਂ ਦਾ ਇੱਕ ਹੋਰ ਸੰਗ੍ਰਹਿ ਹੈ ਜਿਸ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ W ਵਰਗੀ ਹੁੰਦੀ ਹੈ। ਇਸ ਦਾ ਨਾਂ ਕੈਸੀਓਪੀਆ ਹੈ। ਇਸੇ ਤਰ੍ਹਾਂ ਸਰਵਣ ਦੀ ਵਹਿੰਗੀ ਨਾਮੀ ਤਾਰਿਆਂ ਦਾ ਇੱਕ ਸੰਗ੍ਰਹਿ ਹੈ। ਇਸ ਨੂੰ ਅੰਗਰੇਜ਼ੀ ਵਿੱਚ ਔਰਨਾਇਨਸ ਕਹਿੰਦੇ ਹਨ। ਇਹ ਸੰਗ੍ਰਹਿ ਸ਼ਕਲ ਵਿੱਚ ਤਾਰਿਆਂ ਦੇ ਹੋਰ ਸੰਗ੍ਰਹਿਾਂ ਨਾਲੋਂ ਜ਼ਿਆਦਾ ਪ੍ਰਭਾਵਕ ਹੈ। ਅਕਹਿ ਫਾਸਲਾ ਦੂਰ ਹੋਣ ਕਰਕੇ ਤਾਰਿਆਂ ਦੇ ਇਹਨਾਂ ਸੰਗ੍ਰਹਿਾਂ ਦੀ ਸ਼ਕਲ ਵਿੱਚ ਕਈ ਲੱਖਾਂ ਸਾਲਾਂ ਬਾਅਦ ਹੀ ਕੋਈ ਮਾਮੂਲੀ ਜਿਹੀ ਤਬਦੀਲੀ ਆ ਸਕਦੀ ਹੈ। ਤਾਰਿਆਂ ਦੇ ਕੁੱਲ 99 ਸੰਗ੍ਰਹਿ ਹਨ। ਇਹਨਾਂ ਸਭਨਾਂ ਦੇ ਵੱਖ-ਵੱਖ ਨਾਂ ਹਨ। ਇਹਨਾਂ ਵਿੱਚੋਂ ਕਈਆਂ ਦੀਆਂ ਸ਼ਕਲਾਂ ਜਾਨਵਰਾਂ ਨਾਲ ਮਿਲਦੀਆਂ ਹਨ। ਉਹਨਾਂ ਦੇ ਸੰਗ੍ਰਹਿਾਂ ਦੇ ਨਾਂ ਉਹਨਾਂ ਜਾਨਵਰਾਂ ਦੇ ਨਾਵਾਂ 'ਤੇ ਰੱਖੇ ਗਏ ਹਨ। ਬਾਕੀਆਂ ਦੇ ਨਾਂ ਦੇਵੀ ਦੇਵਤਿਆਂ ਦੇ ਨਾਵਾਂ 'ਤੇ ਰੱਖੇ ਗਏ ਹਨ।
ਜਿਹੜੇ ਲੋਕ ਉੱਤਰੀ ਅੱਧਖੰਡ ਵਿੱਚ ਰਹਿੰਦੇ ਹਨ ਉਹਨਾਂ ਨੂੰ ਦੱਖਣੀ ਅੱਧਖੰਡ ਦੇ ਤਾਰੇ ਨਹੀਂ ਦਿਸਦੇ। ਇਸੇ ਤਰ੍ਹਾਂ ਜਿਹੜੇ ਲੋਕ ਦੱਖਣੀ ਅੱਧਖੰਡ ਵਿੱਚ ਰਹਿੰਦੇ ਹਨ ਉਹਨਾਂ ਨੂੰ ਉੱਤਰੀ ਅੱਧਖੰਡ ਦੇ ਤਾਰੇ ਨਹੀਂ ਦਿਖਦੇ। ਤਾਰਿਆਂ ਦੇ ਵੱਡੇ ਵੱਡੇ ਸੰਗ੍ਰਹਿ। ਕੈਸੀਓਪੀਆ ਇਹ ਸੰਗ੍ਰਹਿ ਧਰੁਵ ਤਾਰੇ ਦੇ ਲਾਗੇ ਹੈ। ਇਸ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ W ਵਰਗੀ ਹੈ। ਸਿਆਲਾਂ ਵਿੱਚ ਸ਼ਾਮ ਵੇਲੇ ਇਹ ਸਾਡੇ ਸਿਰ ਤੇ ਹੁੰਦਾ ਹੈ। ਇਸ ਸੰਗ੍ਰਹਿ ਦੇ ਸਭ ਤੋਂ ਜ਼ਿਆਦਾ ਚਮਕਦਾਰ ਤਾਰੇ ਦਾ ਨਾਂ ਸੀਡਰ ਹੈ। ਇਹ ਦੂਰਾ ਤਾਰਾ ਹੈ। ਇਸ ਦਾ ਪ੍ਰਕਾਸ਼ ਵੱਧਦਾ ਘਟਦਾ ਰਹਿੰਦਾ ਹੈ। ਇਹ ਸਾਡੇ ਕੋਲੋਂ 130 ਪ੍ਰਕਾਸ਼ ਸਾਲ ਦੂਰ ਹੈ। ਇਸ ਦੀ ਅਸਲੀ ਚਾਲ 2 ਮੀਲ ਪ੍ਰਤੀ ਸੈਕਿੰਡ ਹੈ। ਇਸ ਤੋਂ ਘੱਟ ਚਮਕਦਾਰ ਤਾਰੇ ਦਾ ਨਾਂ ਕੈਫ ਹੈ। ਇਹ ਵੀ ਦੂਰਾ ਤਾਰਾ ਹੈ ਤੇ ਸਾਥੋਂ 44 ਪ੍ਰਕਾਸ਼ ਸਾਲ ਦੂਰ ਹੈ। ਇਸ ਦੀ ਅਸਲੀ ਚਾਲ 22 ਮੀਲ ਪ੍ਰਤੀ ਸੈਕਿੰਡ ਹੈ। ਇਸ ਸੰਗ੍ਰਹਿ ਵਿੱਚ 11 ਨਵੰਬਰ 1572 ਨੂੰ ਇੱਕ ਨਵਾਂ ਤਾਰਾ ਪ੍ਰਗਟ ਹੋਇਆ ਸੀ ਜੋ 1.5 ਸਾਲ ਬੜਾ ਤੇਜ਼ ਚਮਕ ਕੇ ਮੱਧਮ ਪੈ ਗਿਆ ਸੀ। ਐਂਡਰੋਮੀਡਾ ਇਹ ਆਕਾਸ਼ ਦੇ ਵੱਡੇ ਸੰਗ੍ਰਹਿਾਂ ਵਿੱਚੋਂ ਇੱਕ ਹੈ ਅਤੇ ਕੈਸੀਓਪੀਆ ਸੰਗ੍ਰਹਿ ਦੇ ਦੱਖਣ ਵੱਲ ਹੈ। ਇਹ ਤਾਰਿਆਂ ਦੀਆਂ 2 ਕਤਾਰਾਂ ਦਾ ਬਣਿਆ ਹੋਇਆ ਹੈ ਜੋ ਦੱਖਣ ਪੱਛਮ ਵੱਲ ਜਾ ਕੇ ਤਾਰਿਆਂ ਦੇ ਇੱਕ ਬਹੁਤ ਵੱਡੇ ਸਾਰੇ ਵਰਗ ਦੇ ਇੱਕ ਕੋਨੇ ਨਾਲ ਮਿਲ ਜਾਂਦੀਆਂ ਹਨ। ਇਸ ਵਰਗ ਨੂੰ ਪੈਗਾਸਸ ਕਹਿੰਦੇ ਹਨ। ਇਸ ਵਰਗ ਦੇ ਉੱਤਰ ਪੂਰਬੀ ਕੋਣ ਵਾਲੇ ਤਾਰੇ ਦਾ ਨਾਮ ਐਲਫੀਰਟਸ ਜਾਂ ਸੀਰਾ ਹੈ। ਇਹ ਦੂਰਾ ਤਾਰਾ ਹੈ। ਇਸ ਦਾ ਸਾਥੀ ਤਾਰਾ ਇਸ ਦੇ ਆਲੇ ਦੁਆਲੇ 100 ਦਿਨਾਂ ਵਿੱਚ ਇੱਕ ਚੱਕਰ ਪੂਰਾ ਕੱਟਦਾ ਹੈ। ਇਸ ਦੀ ਧਰੁਵਕ ਚਾਲ 8 ਮੀਲ ਪ੍ਰਤੀ ਸੈਕਿੰਡ ਹੈ। ਐਂਡਰੋਮੀਡਾ ਤੇ ਤਾਰਿਆਂ ਦੀਆਂ ਕਤਾਰਾਂ ਦੇ ਵਿਚਕਾਰ ਜੇ ਇੱਕ ਧੁੰਦਲਾ ਜਿਹਾ ਟਿਮਕਣਾ ਦਿਖਦਾ ਹੈ। ਇਹ ਸਾਡੇ ਆਕਾਸ਼ ਗੰਗਾ ਨਾਂ ਦੇ ਬ੍ਰਹਿਮੰਡ ਵਰਗਾ ਇੱਕ ਹੋਰ ਬ੍ਰਹਿਮੰਡ ਹੈ। ਇਸ ਵਿੱਚ ਸਾਡੀ ਆਕਾਸ਼ ਗੰਗਾ ਵਾਂਗ ਕਈ ਕਰੋੜ ਤਾਰੇ ਹਨ। ਪੁਲਾੜ ਵਿੱਚ ਇਹੋ ਜਿਹੇ ਕਈ ਕਰੋੜ ਹੋਰ ਬ੍ਰਹਿਮੰਡ ਹਨ ਜਿਹੜੇ ਸਿਰਫ ਟੈਲੀਸਕੋਪ ਦੀ ਸਹਾਇਤਾ ਨਾਲ ਹੀ ਦਿਸ ਸਕਦੇ ਹਨ। ਸਾਰਿਆਂ ਬ੍ਰਹਿਮੰਡਾਂ ਇਹੀ ਇੱਕ ਬ੍ਰਹਿਮੰਡ ਹੈ ਜਿਹੜਾ ਟੈਲੀਸਕੋਪ ਦੀ ਸਹਾਇਤਾ ਤੋਂ ਬਿਨਾਂ ਦਿਖਦਾ ਹੈ। ਇਹ ਸਾਤੋਂ 7,50,000 ਪ੍ਰਕਾਸ਼ ਸਾਲ ਦੂਰ ਹਨ। ਇਸ ਦੀ ਰੋਸ਼ਨੀ ਸਾਡੇ ਤੱਕ ਪਹੁੰਚਦਿਆਂ 7,50,000 ਸਾਲ ਲੱਗ ਜਾਂਦੇ ਹਨ। ਇਸ ਦੀ ਸ਼ਕਲ ਸ਼ੀਸ਼ੇ ਦੇ ਲੈਂਸ ਵਰਗੀ ਹੁੰਦੀ ਹੈ ਜਿਹੜਾ ਵਿੱਚੋਂ ਮੋਟਾ ਤੇ ਪਾਸਿਆਂ ਤੋਂ ਪਤਲਾ ਹੁੰਦਾ ਹੈ। ਇਸ ਦੇ ਇੱਕ ਪਾਸੇ ਤੋਂ ਦੂਜੇ ਤੱਕ ਪਹੁੰਚਣ ਲਈ 35,000 ਰੋਸ਼ਨੀ ਸਾਲ ਲੱਗਦੇ ਹਨ। ਇਸੇ ਬ੍ਰਹਿਮੰਡ ਵਿੱਚ 1885 ਵਿੱਚ ਇੱਕ ਨਵਾਂ ਤਾਰਾ ਨਮੂਦਾਰ ਹੋਇਆ ਸੀ ਤੇ ਟੈਲੀਸਕੋਪ ਦੀ ਸਹਾਇਤਾ ਦੇ ਬਿਨਾਂ ਹੀ ਦਿਸਦਾ ਸੀ। ਜਦੋਂ ਅਸੀਂ ਅਨੁਮਾਨ ਲਾਉਂਦੇ ਹਾਂ ਕਿ ਇਸ ਤੋਂ ਰੋਸ਼ਨੀ ਨੂੰ ਸਾਡੇ ਤੱਕ ਪਹੁੰਚਦਿਆਂ ਕਿੰਨਾ ਚਿਰ ਲੱਗਾ ਹੋਵੇਗਾ ਤੇ ਇਸ ਦੀ ਰੋਸ਼ਨੀ ਕਿੰਨੀ ਜ਼ਬਰਦਸਤ ਹੋਵੇਗੀ ਤਾਂ ਅਕਲ ਦੰਗ ਰਹਿ ਜਾਂਦੀ ਹੈ। ਇਹ ਤਾਰਾ ਜਿਹੜਾ ਸਾਨੂੰ 1885 ਵਿੱਚ ਦਿਸਿਆ ਸੀ ਅਸਲ ਵਿੱਚ ਉਸ ਬ੍ਰਹਿਮੰਡ ਵਿੱਚ 7,50,000 ਸਾਲ ਪਹਿਲਾਂ ਤੋਂ ਹੀ ਚਮਕਿਆ ਸੀ। ਉਸ ਤੋਂ ਉਦੋਂ ਦੀ ਚੱਲੀ ਹੋਈ ਰੋਸ਼ਨੀ ਸਾਡੇ ਤੱਕ 1885 ਈਸਵੀ ਵਿੱਚ ਪਹੁੰਚੀ ਸੀ। ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਤਾਰੇ ਦੀ ਚਮਕ ਸੂਰਜ ਕੋਲੋਂ 40 ਕਰੋੜ ਗੁਣਾ ਵੱਧ ਸੀ। ਸੀਟਸ ਨਾਮੀ ਐਂਡਰੋਮੀਡਾ ਦੇ ਦੱਖਣ ਵਿੱਚ ਮੀਨ ਰਾਸ਼ੀ ਪਾਸ ਤਾਰਿਆਂ ਦਾ ਇੱਕ ਸੰਗ੍ਰਹਿ ਹੈ। ਇਹ ਬਹੁਤ ਮੱਧਮ ਹੈ। ਇਸ ਦੇ ਥੱਲੇ ਸੀਟਸ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿੱਚ ਇੱਕ ਤਾਰਾ ਹੈ ਜਿਸ ਦਾ ਨਾਮ ਮੀਰਾ ਹੈ। ਇਸ ਦਾ ਵਿਆਸ ਸੂਰਜ ਦੇ ਵਿਆਸ ਕੋਲੋਂ 450 ਗੁਣਾ ਹੈ। ਆਕਾਰ ਵਿੱਚ ਇਹ ਸੂਰਜ ਕੋਲੋਂ 2 ਕਰੋੜ 70 ਲੱਖ ਗੁਣਾ ਵੱਡਾ ਹੈ। ਜੇ ਇਹ ਸੂਰਜ ਦੀ ਥਾਂ ਰੱਖਿਆ ਜਾਏ ਤਾਂ ਇਸ ਦਾ ਘੇਰਾ ਮੰਗਲ ਗ੍ਰਹਿ ਤੋਂ ਵੀ ਅਗਾਂਹ ਲੰਘ ਜਾਵੇਗਾ, ਪਰ ਭਾਰ ਵਿੱਚ ਇਹ ਸੂਰਜ ਕੋਲੋਂ ਸਿਰਫ 20 ਗੁਣਾ ਹੀ ਵੱਧ ਹੈ। ਇਹ ਤਾਰਾ ਪ੍ਰਕਾਸ਼ ਵਿੱਚ ਵੱਧਦਾ ਘਟਦਾ ਰਹਿੰਦਾ ਹੈ। 10 ਦਿਨ ਬਹੁਤ ਚਮਕਦਾ ਹੈ ਤੇ ਫਿਰ ਹੌਲੀ ਹੌਲੀ ਦਿਸਣੋਂ ਬੰਦ ਹੋ ਜਾਂਦਾ ਹੈ। 1 ਮਹੀਨੇ ਪਿੱਛੋਂ ਫਿਰ ਰੋਸ਼ਨੀ ਨਾਲ ਚਮਕਣ ਲੱਗ ਪੈਂਦਾ ਹੈ। ਮੱਧਮ ਹਾਲਤ ਨਾਲੋਂ ਚਮਕਦੀ ਹਾਲਤ ਵੇਲੇ ਇਹਦਾ ਪ੍ਰਕਾਸ਼ 1000 ਗੁਣਾ ਵੱਧ ਹੁੰਦਾ ਹੈ। ਇਹ ਤਾਪਮਾਨ ਸਿਰਫ 3 ਗੁਣਾ ਹੀ ਵੱਧ ਹੁੰਦਾ ਹੈ। ਇਸ ਤਾਰੇ ਦੀ ਅਸਲੀ ਚਾਲ 5 ਮੀਲ ਪ੍ਰਤੀ ਸੈਕਿੰਡ ਹੈ। ਇਹਦਾ ਵਿਆਸ 40 ਕਰੋੜ ਮੀਲ ਹੈ। ਪਰਸੀਅਸ ਕੈਸੀਓਪੀਆ ਦੇ ਖੱਬੇ ਪਾਸੇ ਪਰਸੀਅਸ ਨਾਂ ਵਾਲਾ ਸੰਗ੍ਰਹਿ ਹੈ। ਇਸ ਵਿੱਚ ਇੱਕ ਚਮਕਦਾਰ ਤਾਰਾ ਹੈ ਜਿਸ ਦਾ ਨਾਂ ਐਲਗੋਲ ਹੈ। ਇਸ ਦਾ ਵਿਆਸ 27 ਲੱਖ ਮੀਲ ਹੈ। ਇਹ ਸੂਰਜ ਕੋਲੋਂ 3 ਗੁਣਾ ਵੱਡਾ ਤੇ ਸਾਡੇ ਕੋਲੋਂ 60 ਪ੍ਰਕਾਸ਼ ਸਾਲ ਦੂਰ ਹੈ। ਇਸ ਦੇ ਆਲੇ ਦੁਆਲੇ ਇੱਕ ਤਾਰਾ ਘੁੰਮਦਾ ਹੈ ਜਿਸ ਕਾਰਨ ਐਲਗੋਲ ਨੂੰ ਹਰ 2 ਦਿਨ 20 ਘੰਟੇ 8 ਮਿੰਟ ਬਾਅਦ ਗ੍ਰਹਿਣ ਲੱਗ ਜਾਂਦਾ ਹੈ। ਉਸ ਵੇਲੇ ਇਹ ਬਿਲਕੁਲ ਮੱਧਮ ਪੈ ਜਾਂਦਾ ਹੈ। ਰਾਸਾਂ ਆਕਾਸ਼ ਵਿੱਚ ਪੂਰਬ ਤੋਂ ਪੱਛਮ ਤੱਕ ਉਹ ਰਸਤਾ ਜਿਸ ਤੇ ਚੰਦਰਮਾ ਜਾਂ ਸੂਰਜ ਤੁਰਦੇ ਜਾਪਦੇ ਹਨ ਰਾਸ ਚੱਕਰ ਕਹਾਉਂਦਾ ਹੈ। ਇਹ ਰਸਤਾ ਆਕਾਸ਼ ਦੀ ਮੱਧ ਰੇਖਾ ਦੇ ਲਾਗੇ ਹੈ। ਆਕਾਸ਼ ਦੀ ਮੱਧ ਰੇਖਾ ਦੇ ਤਾਰਿਆਂ ਦੇ 12 ਸੰਗ੍ਰਹਿ ਹਨ। ਇਹਨਾਂ ਸੰਗ੍ਰਹਿਾਂ ਨੂੰ ਰਾਸਾਂ ਕਿਹਾ ਜਾਂਦਾ ਹੈ। ਆਕਾਸ਼ ਦੇ ਵੱਡੇ ਦਾਇਰੇ ਦੀਆਂ 360 ਡਿਗਰੀ ਹੁੰਦੀਆਂ ਹਨ। ਇਸ ਲਈ ਇੱਕ ਰਾਸ ਇਸ ਚੱਕਰ ਦੀ 30 ਡਿਗਰੀ ਦੇ ਲਗਭਗ ਥਾਂ ਮੱਲਦੀ ਹੈ।
ਹਰ 30 ਦਿਨਾਂ ਪਿੱਛੋਂ ਸੂਰਜ ਨਵੀਂ ਰਾਸ ਵਿੱਚ ਦਾਖਲ ਹੁੰਦਾ ਜਾਪਦਾ ਹੈ। ਸੂਰਜ ਦੇ ਪਰਿਵਾਰ ਦੇ ਸਾਰੇ ਗ੍ਰਹਿ ਇਸੇ ਰਸਤੇ 'ਤੇ ਤੁਰਦੇ ਨਜ਼ਰ ਆਉਂਦੇ ਹਨ। ਗ੍ਰਹਿਆਂ ਦੀ ਇਹ ਚੌੜਾਈ ਇੱਕ ਵਿੱਚ ਸਰਾਸ ਚੱਕਰ ਦੇ 8 ਡਿਗਰੀ ਜਾਂ 9 ਡਿਗਰੀ ਸੱਜੇ ਤੋਂ 8 ਡਿਗਰੀ ਜਾਂ 9 ਡਿਗਰੀ ਖੱਬੇ ਪਾਸੇ ਤੱਕ ਫੈਲੀ ਹੁੰਦੀ ਹੈ। ਇਸ ਚੌੜੀ ਸੜਕ ਨੂੰ ਇਕਲਿਪਟਿਕ ਜਾਂ ਸੂਰਜ ਦਾ ਰਾਹ ਆਖਦੇ ਹਨ। ਜਦੋਂ ਸੂਰਜ, ਚੰਦਰਮਾ ਜਾਂ ਕੋਈ ਹੋਰ ਗ੍ਰਹਿ ਧਰਤੀ ਅਤੇ ਇਹਨਾਂ ਰਾਸਾਂ ਵਿੱਚੋਂ ਕਿਸੇ ਰਾਸ ਦੇ ਵਿਚਕਾਰ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਗ੍ਰਹਿ ਉਸ ਵਿਸ਼ੇਸ਼ ਰਾਸ ਵਿੱਚ ਹੈ। ਰਾਸਾਂ ਦੇ ਨਾਮ ਕਰਮ ਅਨੁਸਾਰ ਇਸ ਤਰ੍ਹਾਂ ਹਨ: ਮੇਘ, ਬਿਰਖ, ਮਿਥਨ, ਕਾਰਤਿਕ, ਸਿੰਘ, ਕੰਨਿਆ, ਤੁਲਾ, ਬ੍ਰਿਸ਼ਚਕ, ਧਨ, ਮਕਰ, ਕੁੰਭ, ਮੀਨ। ਤਾਰਿਆਂ ਦੇ ਫਾਸਲੇ। ਰੋਸ਼ਨੀ ਦੀ ਰਫ਼ਤਾਰ 1,86,300 ਮੀਲ ਪ੍ਰਤੀ ਸੈਕਿੰਡ ਹੈ। ਇਸ ਤੇਜ਼ ਰਫ਼ਤਾਰ ਦਾ ਅਨੁਮਾਨ ਅਸੀਂ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਰੋਸ਼ਨੀ ਦੀ ਕਿਰਨ ਧਰਤੀ ਦੇ ਆਲੇ ਦੁਆਲੇ 1 ਸੈਕਿੰਡ ਵਿੱਚ 7 ਚੱਕਰ ਕੱਟ ਸਕਦੀ ਹੈ, ਜਦਕਿ ਇਸੇ ਫੈਸਲੇ ਨੂੰ 31 ਮੀਲ ਪ੍ਰਤੀ ਘੰਟਾ ਰਫ਼ਤਾਰ ਨਾਲ ਚੱਲ ਰਹੀ ਗੱਡੀ ਬਿਨਾਂ ਕਿਤੇ ਰੁਕਿਆਂ ਮਸਾਂ 250 ਦਿਨਾਂ ਵਿੱਚ ਪੂਰਾ ਕਰ ਸਕੇਗੀ। ਇਹੋ ਗੱਡੀ ਸੂਰਜ ਤੋਂ ਲੈ ਕੇ ਧਰਤੀ ਤੱਕ ਦੇ ਦਰਮਿਆਨੀ ਫਾਸਲੇ ਨੂੰ 347 ਸਾਲਾਂ ਵਿੱਚ ਪੂਰਾ ਕਰ ਸਕਦੀ ਹੈ, ਜਦਕਿ ਰੋਸ਼ਨੀ ਇਸ ਫਾਸਲੇ ਨੂੰ ਸਿਰਫ 8 ਮਿੰਟਾਂ ਵਿੱਚ ਹੀ ਪੂਰਾ ਕਰ ਸਕਦੀ ਹੈ। 1,86,300 ਮੀਲ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਗਤੀ ਕਰਦਿਆਂ ਰੋਸ਼ਨੀ ਜਿੰਨਾ ਫਾਸਲਾ 1 ਸਾਲ ਵਿੱਚ ਪੂਰਾ ਕਰ ਸਕਦੀ ਹੈ, ਉਸ ਫਾਸਲੇ ਨੂੰ ਅਸੀਂ ਰੋਸ਼ਨੀ ਸਾਲ ਜਾਂ ਲਾਈਟ ਈਅਰ ਕਹਿੰਦੇ ਹਾਂ। ਤਾਰੇ ਸਾਡੇ ਧਰਤੀ ਤੋਂ ਇਤਨੇ ਦੂਰ ਹਨ ਕਿ ਇਹਨਾਂ ਦਾ ਫਾਸਲਾ ਸਧਾਰਨਤਨ ਪੈਮਾਨੇ ਨਾਲ ਨਾਪਣਾ ਅਸੰਭਵ ਹੈ। ਇਸ ਲਈ ਇਹਨਾਂ ਦਾ ਫਾਸਲਾ ਰੋਸ਼ਨੀ ਸਾਲਾਂ ਵਿੱਚ ਮਿਣਿਆ ਜਾਂਦਾ ਹੈ। ਇੱਕ ਰੋਸ਼ਨੀ ਸਾਲ ਲਗਭਗ 58,80,000,000,000 ਮੀਲਾਂ ਦੇ ਬਰਾਬਰ ਹੈ। ਸਾਡੀ ਧਰਤੀ ਦੇ ਸਭ ਤੋਂ ਨੇੜੇ ਵਾਲੇ ਤਾਰੇ ਦਾ ਨਾਂ ਪ੍ਰਕਾਸੀਮਾ ਸੈਨਟੋਰੀ ਹੈ। ਇਹ ਆਕਾਸ਼ ਦੇ ਦੱਖਣੀ ਧਰੁਵ ਲਾਗੇ ਹੈ। ਇਹ ਸਾਥੋਂ 4.4 ਰੋਸ਼ਨੀ ਸਾਲ ਦੂਰ ਹੈ। ਆਕਾਸ਼ ਦਾ ਸਭ ਤੋਂ ਚਮਕਦਾਰ ਤਾਰਾ ਸੀਰੀਅਸ ਹੈ। ਇਹ ਧਰਤੀ ਤੋਂ 8 ਰੋਸ਼ਨੀ ਸਾਲ ਦੂਰ ਹੈ। ਇਹ ਸਰਵਣ ਦੀ ਵਹਿੰਗੀ ਦੇ ਸੰਗ੍ਰਹਿ ਦੇ ਥੱਲੇ ਵੱਲ ਹੈ। ਸਰਵਣ ਦੀ ਵਹਿੰਗੀ ਵਿਚਲਾ ਲਾਲ ਰੰਗ ਦਾ ਬੀਟਲਗਾਈਜ਼ ਨਾਮੀ ਤਾਰਾ ਸਾਥੋਂ 300 ਰੋਸ਼ਨੀ ਸਾਲ ਦੂਰ ਹੈ। ਇਸੇ ਸੰਗ੍ਰਹਿ ਦਾ ਦੂਜਾ ਤਾਰਾ ਰੀਗਲ 540 ਰੋਸ਼ਨੀ ਸਾਲ ਦੂਰ ਹੈ ਤੇ ਇਸ ਦਾ ਪ੍ਰਕਾਸ਼ ਸਾਡੇ ਸੂਰਜ ਦੇ ਪ੍ਰਕਾਸ਼ ਕੋਲੋਂ 21,000 ਗੁਣਾ ਵੱਧ ਹੈ। ਸਾਥੋਂ 16 ਰੋਸ਼ਨੀ ਸਾਲ ਦੇ ਅਰਧ ਵਿਆਸ ਘੇਰੇ ਵਿੱਚ 50 ਤਾਰੇ ਹਨ, ਪਰ ਇਹਨਾਂ ਵਿੱਚ ਅਸੀਂ ਟੈਲੀਸਕੋਪ ਦੀ ਮਦਦ ਬਿਨਾਂ ਸਿਰਫ 6 ਹੀ ਵੇਖ ਸਕਦੇ ਹਾਂ। ਤਾਰਿਆਂ ਦੀ ਚਾਲ। ਅਸੀਂ ਅੱਗੇ ਦੱਸ ਚੁੱਕੇ ਹਾਂ ਕਿ ਪੁਲਾੜ ਦੀ ਅਨੰਤਤਾ ਵਿੱਚ ਤਾਰੇ ਬੜੀ ਤੇਜ਼ ਰਫ਼ਤਾਰ ਨਾਲ ਸਫ਼ਰ ਕਰ ਰਹੇ ਹਨ, ਪਰ ਕਿਉਂਕਿ ਇਹ ਸਾਥੋਂ ਅਣਗਿਣਤ ਫਾਸਲਾ ਦੂਰ ਹਨ, ਇਸ ਲਈ ਅਸੀਂ ਇਹਨਾਂ ਦੀ ਚਾਲ ਨੂੰ ਅਨੁਭਵ ਨਹੀਂ ਕਰ ਸਕਦੇ। ਤੇਜ਼ ਤੋਂ ਤੇਜ਼ ਤਾਰਾ ਵੀ ਸਾਡੀ ਸਾਰੀ ਉਮਰ ਵਿੱਚ ਆਪਣੀ ਥਾਂ ਤੋਂ ਜ਼ਰਾ ਜਿੰਨਾ ਵੀ ਹਿੱਲਿਆ ਨਜ਼ਰ ਨਹੀਂ ਆਉਂਦਾ। ਸਾਡਾ ਆਪਣਾ ਸੂਰਜ 12 ਮੀਲ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਪੁਲਾੜ ਵਿੱਚ ਸਫ਼ਰ ਕਰ ਰਿਹਾ ਹੈ। ਉਹ ਤਾਰੇ ਜਿਹੜੇ 40 ਮੀਲ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਚੱਲ ਰਹੇ ਹੋਣ, ਭਗੌੜੇ ਅਖਵਾਉਂਦੇ ਹਨ। ਕਈ ਤਾਰੇ ਸਾਡੀ ਅੱਖ ਦੀ ਸੀਧ ਵਿੱਚ ਸਾਡੀ ਵੱਲ ਆ ਰਹੇ ਹਨ, ਕਈ ਅੱਖ ਦੀ ਸੀਧ ਵਿੱਚ ਸਾਥੋਂ ਪਰੇ ਜਾ ਰਹੇ ਹਨ ਤੇ ਕਈ ਹੋਰ ਅੱਖ ਦੀ ਸੀਧ ਤੋਂ ਖੱਬੇ ਜਾਂ ਸੱਜੇ ਪਾਸੇ ਜਾ ਰਹੇ ਹਨ। ਅੱਖ ਦੀ ਸੀਧ ਵਿੱਚ ਪਰੇ ਜਾਣ ਵਾਲੇ ਤਾਰਿਆਂ ਦੀ ਚਾਲ ਨੂੰ ਧਰੁਵਕ ਚਾਲ ਤੇ ਅੱਖ ਦੀ ਸੀਧ ਵਿੱਚ ਉਰੇ ਆਉਣ ਵਾਲੇ ਤਾਰਿਆਂ ਨੂੰ ਨੈਗੇਟਿਵ ਧਰੁਵਕ ਚਾਲ ਕਹਿੰਦੇ ਹਨ। ਪਰ ਅੱਖ ਦੀ ਸੀਧ ਤੋਂ ਸੱਜੇ ਜਾਂ ਖੱਬੇ ਪਾਸੇ ਜਾਣ ਵਾਲੇ ਤਾਰਿਆਂ ਦੀ ਚਾਲ ਨੂੰ ਅਸੀਂ ਅਸਲੀ ਚਾਲ ਕਹਿੰਦੇ ਹਾਂ। ਤਾਰਿਆਂ ਦੀ ਅਸਲੀ ਚਾਲ ਦਾ ਅੰਦਾਜ਼ਾ ਬਹੁਤ ਲੰਮੇ ਸਮੇਂ ਪਿੱਛੋਂ ਇਹਨਾਂ ਦੀਆਂ ਵੱਖ-ਵੱਖ ਫੋਟੋ ਲੈਣ ਨਾਲ ਲੱਗ ਸਕਦਾ ਹੈ ਤੇ ਧਰੁਵਕ ਚਾਲ ਦਾ ਅੰਦਾਜ਼ਾ ਉਹਨਾਂ ਦੇ ਰੰਗ ਤੋਂ ਲਗਾਇਆ ਜਾ ਸਕਦਾ ਹੈ। ਸਾਡੀ ਅੱਖ ਦੀ ਸੀਧ ਤੋਂ ਪਰੇ ਜਾਣ ਵਾਲੇ ਤਾਰਿਆਂ ਦਾ ਰੰਗ ਲਾਲ ਹੁੰਦਾ ਹੈ। ਉਹ ਜਿਤਨੀ ਤੇਜ਼ੀ ਨਾਲ ਪਰੇ ਜਾ ਰਹੇ ਹੋਣਗੇ, ਉਹਨਾਂ ਦਾ ਰੰਗ ਉਤਨਾ ਹੀ ਜ਼ਿਆਦਾ ਲਾਲ ਹੋਵੇਗਾ। ਤਾਰਿਆਂ ਦਾ ਘੇਰਾ ਤੇ ਭਾਰ। ਘੇਰੇ ਅਨੁਸਾਰ ਤਾਰਿਆਂ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ: ਬਹੁਤ ਵੱਡੇ ਤਾਰੇ, ਵੱਡੇ ਤਾਰੇ, ਦਰਮਿਆਨੇ ਮੇਲ ਦੇ ਤਾਰੇ ਤੇ ਛੋਟੇ ਤਾਰੇ। 1921 ਵਿੱਚ ਪਹਿਲੀ ਵਾਰ ਇੱਕ ਤਾਰੇ ਦਾ ਵਿਆਸ ਮਿਣਿਆ ਗਿਆ ਸੀ। ਇਸ ਤਾਰੇ ਦਾ ਨਾਂ ਬੀਟਲਗਾਈਜ਼ ਹੈ। ਇਹ ਸਰਵਣ ਦੀ ਵਹਿੰਗੀ ਦਾ ਲਾਲ ਤਾਰਾ ਹੈ। ਇਸ ਦਾ ਵਿਆਸ ਸੂਰਜ ਦੇ ਵਿਆਸ ਕੋਲੋਂ 460 ਗੁਣਾ ਵੱਧ ਹੈ। ਇਸੇ ਤਰ੍ਹਾਂ ਆਰੀਗਸ ਸੰਗ੍ਰਹਿ ਦੇ ਇੱਕ ਤਾਰੇ ਦਾ ਵਿਆਸ ਸੂਰਜ ਦੇ ਵਿਆਸ ਨਾਲੋਂ 3000 ਗੁਣਾ ਵੱਧ ਹੈ। ਬਹੁਤ ਵੱਡੇ ਤਾਰੇ ਉਹ ਮਿੱਥੇ ਜਾਂਦੇ ਹਨ ਜਿਨ੍ਹਾਂ ਦਾ ਵਿਆਸ 40 ਗੁਣਾ ਜਾਂ 40 ਗੁਣਾ ਤੋਂ ਵੱਧ ਹੋਵੇ। ਵੱਡੇ ਤਾਰੇ ਉਹਨਾਂ ਤਾਰਿਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਵਿਆਸ ਸੂਰਜ ਦੇ ਵਿਆਸ ਕੋਲੋਂ 16 ਤੋਂ ਲੈ ਕੇ 24 ਗੁਣਾ ਤੱਕ 40 ਗੁਣਾ ਤੱਕ ਹੋਵੇ। ਦਰਮਿਆਨੇ ਮੇਲ ਦੇ ਤਾਰੇ ਉਹ ਹਨ ਜਿਨ੍ਹਾਂ ਦਾ ਵਿਆਸ ਸੂਰਜ ਦੇ ਵਿਆਸ ਦੇ ਲਗਭਗ ਹੀ ਹੋਵੇ।
ਛੋਟੇ ਤਾਰੇ ਉਹ ਹਨ ਜਿਨ੍ਹਾਂ ਦਾ ਵਿਆਸ ਗ੍ਰਹਿਾਂ ਦੇ ਵਿਆਸ ਤੋਂ ਲੈ ਕੇ ਸੂਰਜ ਦੇ ਵਿਆਸ ਤੱਕ ਹੋਵੇ। ਆਮ ਤਾਰਿਆਂ ਦਾ ਵਿਆਸ 3 ਲੱਖ ਮੀਲ ਤੋਂ ਲੈ ਕੇ 1 ਕਰੋੜ ਮੀਲ ਤੱਕ ਹੁੰਦਾ ਹੈ, ਪਰ ਕਈ ਬਹੁਤ ਹੀ ਵੱਡੇ ਹਨ। ਉਹਨਾਂ ਵਿੱਚ ਐਪਸੀਲੋਨ ਆਰੀਗਨ ਨਾਮੀ ਤਾਰੇ ਦਾ ਵਿਆਸ 260 ਕਰੋੜ ਮੀਲ ਹੈ। ਜੇ ਉਹ ਸੂਰਜ ਦੀ ਥਾਂ ਤੇ ਹੋਵੇ ਤਾਂ ਸ਼ਨੀ ਤੱਕ ਸਾਡੇ ਗ੍ਰਹਿ ਉਹਦੇ ਘੇਰੇ ਵਿੱਚ ਆ ਸਕਦੇ ਹਨ। ਤਾਰਿਆਂ ਦਾ ਭਾਰ ਅਤੇ ਉਹਨਾਂ ਦੇ ਘੇਰੇ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ। ਜ਼ਰੂਰੀ ਨਹੀਂ ਕਿ ਜਿਸ ਤਾਰੇ ਦਾ ਘੇਰਾ ਵੱਡਾ ਹੋਵੇ ਉਹ ਭਾਰ ਵੀ ਵੱਧ ਹੋਵੇ। ਸਾਡੀ ਧਰਤੀ ਆਪਣੇ ਘੇਰੇ ਜਿੰਨੇ ਪਾਣੀ ਕੋਲੋਂ 5.5 ਗੁਣਾ ਭਾਰੀ ਹੈ, ਪਰ ਸੂਰਜ ਆਪਣੇ ਘੇਰੇ ਜਿੰਨੇ ਪਾਣੀ ਤੋਂ ਕੇਵਲ 1.5 ਗੁਣਾ ਹੀ ਭਾਰਾ ਹੈ। ਇਸ ਦਾ ਭਾਵ ਇਹ ਹੈ ਕਿ ਸੂਰਜ ਜਿਸ ਪਦਾਰਥ ਦਾ ਬਣਿਆ ਹੋਇਆ ਹੈ ਉਹ ਧਰਤੀ ਦੇ ਪਦਾਰਥ ਤੋਂ ਬਹੁਤ ਹਲਕਾ ਹੈ। ਬਹੁਤ ਵੱਡੇ ਤਾਰਿਆਂ ਦੀ ਘਣਤਾ ਬਹੁਤ ਘੱਟ ਹੈ। ਮਿਸਾਲ ਦੇ ਤੌਰ ਤੇ ਐਂਟੀਅਰਸ ਨਾਮੀ ਤਾਰੇ ਦਾ ਘੇਰਾ ਸੂਰਜ ਕੋਲੋਂ 3 ਕਰੋੜ ਗੁਣਾ ਵੱਧ ਹੈ, ਪਰ ਉਹ ਭਾਰ ਵਿੱਚ ਇਸ ਤੋਂ 30 ਲੱਖ ਗੁਣਾ ਹੀ ਵੱਧ ਹੈ। ਸੂਰਜ ਦੇ ਪਦਾਰਥ ਦੇ 1 ਕਣ ਗਜ਼ ਦਾ ਭਾਰ 1 ਟਨ ਹੈ, ਪਰ ਬੀਟਲਗਾਇਸ ਤਾਰੇ ਦੇ 1 ਕਣ ਗਜ਼ ਪਦਾਰਥ ਦਾ ਭਾਰ ਸਿਰਫ 1/30 ਔਂਸ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਵੱਡੇ ਤਾਰੇ ਕੇਵਲ ਭਖਦੇ ਹੋਏ ਖਲਾਅ ਹਨ। ਦਰਮਿਆਨੀ ਮੇਲ ਦੇ ਤਾਰਿਆਂ ਦਾ ਭਾਰ ਸੂਰਜ ਦੇ ਭਾਰ ਦਾ 9/10 ਦੇ ਲਗਭਗ ਹੈ ਤੇ ਇਹਨਾਂ ਦੀ ਘਣਤਾ ਸੂਰਜ ਦੀ ਘਣਤਾ ਦੇ ਬਰਾਬਰ ਹੀ ਹੈ। ਪਰ ਛੋਟੇ ਤਾਰਿਆਂ ਦੀ ਘਣਤਾ ਇਤਨੀ ਜ਼ਿਆਦਾ ਹੈ ਕਿ ਇਸ ਬਾਰੇ ਯਕੀਨ ਕਰਨਾ ਔਖਾ ਹੈ। ਸੀਰੀਅਸ ਦਾ ਤਾਰਾ ਇੱਕ ਕਿਸਮ ਦੇ ਛੋਟੇ ਤਾਰਿਆਂ ਦੀ ਮਿਸਾਲ ਹੈ। ਇਸ ਦੇ 1 ਕਣ ਇੰਚ ਪਦਾਰਥ ਦਾ ਭਾਰ 1 ਟਨ ਦੇ ਬਰਾਬਰ ਹੈ। ਇਸ ਤੋਂ ਛੋਟਾ ਇੱਕ ਹੋਰ ਤਾਰਾ ਹੈ ਜਿਹੜਾ ਘੇਰੇ ਵਿੱਚ ਸਾਡੀ ਪ੍ਰਿਥਵੀ ਜਿੰਨਾ ਹੈ, ਪਰ ਉਸਦੇ 1 ਕਣ ਵਿੱਚ ਪਦਾਰਥ ਦਾ ਭਾਰ 620 ਟਨ ਦੇ ਲਗਭਗ ਹੈ। ਨਵੇਂ ਤਾਰੇ ਬਹੁਤ ਵੱਡੇ ਹੁੰਦੇ ਜਾਂਦੇ ਹਨ ਤੇ ਉਹਨਾਂ ਦਾ ਰੰਗ ਲਾਲ ਹੁੰਦਾ ਹੈ। ਜਿਉਂ-ਜਿਉਂ ਉਹਨਾਂ ਦੀ ਉਮਰ ਵੱਧਦੀ ਜਾਂਦੀ ਹੈ ਉਹ ਘੇਰੇ ਵਿੱਚ ਘਟਦੇ ਜਾਂਦੇ ਹਨ ਅਤੇ ਸੰਘਣੇ ਹੋਈ ਜਾਂਦੇ ਹਨ ਅਤੇ ਰੰਗ ਵਿੱਚ ਨੀਲੇ ਹੋਈ ਜਾਂਦੇ ਹਨ। ਨੀਲੇ ਤਾਰੇ ਬਾਕੀ ਸਭ ਤਾਰਿਆਂ ਨਾਲੋਂ ਵੱਧ ਗਰਮ ਹੁੰਦੇ ਹਨ। ਦੂਰੇ ਤੇ ਬਹੁਗਿਣਤ ਤਾਰੇ। ਦੂਰੇ ਤਾਰਿਆਂ ਤੋਂ ਭਾਵ ਉਹ 2 ਤਾਰੇ ਹਨ ਜਿਹੜੇ ਆਪਸ ਵਿੱਚ ਬਹੁਤ ਨੇੜੇ ਹੋਣ ਕਰਕੇ ਦਿਸਣ ਵਿੱਚ ਇੱਕਮਿਕ ਹੋ ਜਾਂਦੇ ਹਨ, ਪਰ ਜਦੋਂ ਉਹਨਾਂ ਨੂੰ ਟੈਲੀਸਕੋਪ ਰਾਹੀਂ ਵੇਖਿਆ ਜਾਵੇ ਤਾਂ ਨਿਖੜ ਕੇ 2 ਦਿਸਣ ਲੱਗ ਪੈਂਦੇ ਹਨ। ਇਹ ਤਾਰੇ ਇੱਕ ਦੂਜੇ ਨਾਲ ਸਾਂਝੀ ਖਿੱਚ ਦੇ ਕਾਰਨ ਸਦਾ ਇੱਕ ਦੂਜੇ ਦੇ ਇਰਦ ਗਿਰਦ ਘੁੰਮਦੇ ਰਹਿੰਦੇ ਹਨ। ਆਕਾਸ਼ ਵਿੱਚ 11% ਤਾਰੇ ਦੂਰੇ ਹਨ। ਪਹਿਲ ਦੂਰੇ ਤਾਰਿਆਂ ਦਾ ਪਤਾ ਸਪਤਰਿਸ਼ੀ ਦੀ ਚੌਕੜੀ ਦੇ ਬਾਹਰਲੇ 3 ਤਾਰਿਆਂ ਵਿੱਚੋਂ ਪਹਿਲੇ ਤਾਰੇ ਤੋਂ ਲੱਗਾ ਸੀ। ਇਸ ਤਾਰੇ ਦੁਆਲੇ ਇੱਕ ਛੋਟਾ ਜਿਹਾ ਹੋਰ ਤਾਰਾ ਘੁੰਮਦਾ ਹੈ। ਇਹ 2 ਤਾਰੇ ਟੈਲੀਸਕੋਪ ਦੀ ਸਹਾਇਤਾ ਤੋਂ ਬਿਨਾਂ ਹੀ ਵੇਖੇ ਜਾ ਸਕਦੇ ਹਨ। ਸੀਰੀਅਸ ਵੀ ਦੂਸਰੇ ਤਾਰੇ ਦੀ ਮਿਸਾਲ ਹੈ। ਇਸ ਦੇ ਸਾਥੀ ਤਾਰੇ ਦਾ ਨਾਮ ਪੱਪ ਹੈ, ਜਿਹੜਾ ਇਸ ਦੇ ਗਿਰਦ ਇੱਕ ਚੱਕਰ 50 ਸਾਲਾਂ ਵਿੱਚ ਪੂਰਾ ਕਰਦਾ ਹੈ। ਪੱਪ ਐਸੇ ਪਦਾਰਥਾਂ ਦਾ ਬਣਿਆ ਹੋਇਆ ਹੈ ਜਿਹੜਾ ਸੋਨੇ ਕੋਲੋਂ ਵੀ 2000 ਗੁਣਾ ਜ਼ਿਆਦਾ ਭਾਰਾ ਹੈ। ਸਭ ਤੋਂ ਵੱਡਾ ਦੂਰਾ ਤਾਰਾ ਐਪਸੀਲੋਨ ਆਰੀਗਾ ਹੈ, ਜਿਸ ਦੇ ਦੋਵਾਂ ਤਾਰਿਆਂ ਵਿੱਚੋਂ ਇੱਕ ਸਾਡੇ ਸੂਰਜ ਕੋਲੋਂ 250 ਗੁਣਾ ਵੱਡਾ ਹੈ। ਇਸ ਦਾ ਸਾਥੀ ਠੰਡਾ ਤਾਰਾ ਸੂਰਜ ਤੋਂ 3000 ਗੁਣਾ ਵੱਡਾ ਹੈ, ਪਰ ਪ੍ਰਕਾਸ਼ਹੀਨ ਹੈ। ਤਾਰਿਆਂ ਦੇ ਝੁਰਮਟ ਅਤੇ ਨੈਬੂਲੀ। ਆਕਾਸ਼ ਵਿੱਚ ਤਾਰਿਆਂ ਦੇ ਝੁਰਮਟ 2 ਕਿਸਮ ਦੇ ਹਨ, ਖੁੱਲੇ ਝੁਰਮਟ, ਗੋਲ ਝੁਰਮਟ। ਖੁੱਲੇ ਝੁਰਮਟ ਦੀ ਪ੍ਰਸਿੱਧ ਮਿਸਾਲ ਹੈ ਪਲਾਈਡੀਜ਼ ਜਾਂ ਸੁਰਾਇਆ। ਇਹਦੀ ਸ਼ਕਲ ਅੰਗੂਰਾਂ ਦੇ ਗੁੱਛੇ ਵਰਗੀ ਹੈ। ਇੰਜ ਲੱਗਦਾ ਹੈ ਜਿਵੇਂ ਝਿਲਮਿਲ ਕਰਦੇ ਹੀਰੇ ਲੜੀ ਵਿੱਚ ਪਰੋਏ ਹੋਏ ਹਨ। ਤਾਰਿਆਂ ਦਾ ਇਹ ਅਤੀ ਸੁੰਦਰ ਝੁਰਮਟ ਵ੍ਰਿਸ਼ਭ ਰਾਸ ਵਿੱਚ ਹੈ। ਇੱਕ ਕਿਸਮ ਦਾ ਦੂਜਾ ਝੁਰਮਟ ਹਾਈਡੀਜ਼ ਹੈ। ਇਹ ਝੁਰਮਟ ਇਸ ਦੇ ਵਿਚਕਾਰ ਸਥਿਤ ਇੱਕ ਲਾਲ ਤਾਰੇ ਤੋਂ ਪਛਾਣਿਆ ਜਾਂਦਾ ਹੈ, ਜਿਸ ਦਾ ਨਾਂ ਐਲਡੇਬਰਾਨ ਹੈ। ਇਹਨਾਂ ਵਰਗੇ ਹੋਰ ਅਣਗਿਣਤ ਝੁਰਮਟ ਆਕਾਸ਼ ਗੰਗਾ ਵਿੱਚ ਹਨ, ਪਰ ਸਾਥੋਂ ਬਹੁਤ ਦੂਰ ਹੋਣ ਕਰਕੇ ਸਾਨੂੰ ਟੈਲੀਸਕੋਪ ਦੀ ਸਹਾਇਤਾ ਤੋਂ ਬਿਨਾਂ ਨਹੀਂ ਦਿਸ ਸਕਦੇ। ਪਲਾਈਡੀਜ਼ ਅਤੇ ਹਾਈਡੀਜ਼ ਦੂਜੇ ਝੁਰਮਟਾਂ ਨਾਲੋਂ ਸਾਡੇ ਬਹੁਤ ਨੇੜੇ ਹਨ। ਮਿਸਾਲ ਦੇ ਤੌਰ ਤੇ ਹਾਈਡੀਜ਼ ਸਾਥੋਂ 130 ਰੋਸ਼ਨੀ ਸਾਲ ਦੂਰ ਹੈ। ਸਾਨੂੰ ਖੁੱਲੇ ਝੁਰਮਟਾਂ ਵਿੱਚੋਂ 300 ਤੋਂ ਲੈ ਕੇ 400 ਤੱਕ ਦਾ ਪਤਾ ਹੈ। ਇਸ ਕਿਸਮ ਦੇ ਕਈਆਂ ਝੁਰਮਟਾਂ ਵਿੱਚ ਬਹੁਤ ਥੋੜ੍ਹੇ ਤਾਰੇ ਹਨ ਤੇ ਕਈਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ। ਇਹਨਾਂ ਦਾ ਔਸਤ ਵਿਆਸ 20 ਰੋਸ਼ਨੀ ਸਾਲ ਹੈ। ਗੋਲ ਝੁਰਮਟ ਦਿਸਣ ਵਿੱਚ ਇੱਕੋ ਹੀ ਤਾਰਾ ਜਾਪਦਾ ਹੈ, ਪਰ ਜਦ ਟੈਲੀਸਕੋਪ ਰਾਹੀਂ ਦੇਖੀਏ ਤਾਂ ਇਸ ਵਿੱਚ ਅਣਗਿਣਤ ਤਾਰੇ ਦਿਸਦੇ ਹਨ। ਇਹ ਇਤਨੇ ਸੰਘਣੇ ਹਨ ਕਿ ਅਲੱਗ-ਅਲੱਗ ਨਹੀਂ ਦਿਸਦੇ। ਔਸਤਨ ਇੱਕ ਗੋਲ ਝੁਰਮਟ ਵਿੱਚ ਸਾਡੇ ਸੂਰਜ ਵਰਗੇ 20,000 ਤਾਰੇ ਹੁੰਦੇ ਹਨ। ਗੋਲ ਝੁਰਮਟਾਂ ਦੀ ਖੁੱਲ੍ਹੀ ਗਿਣਤੀ ਖੁੱਲ੍ਹੇ ਝੁਰਮਟਾਂ ਜਿੰਨੀ ਨਹੀਂ, ਇਹ ਜ਼ਿਆਦਾ ਧਨ ਰਾਸ ਵਿੱਚ ਸਥਿਤ ਹਨ। ਹਰਕੁਲਿਸ ਨਾਮੀ ਸੰਗ੍ਰਹਿ ਵਿੱਚ ਇੱਕ ਗੋਲ ਝੁਰਮਟ ਹੈ, ਜਿਸ ਦਾ ਵਿਆਸ 100 ਰੋਸ਼ਨੀ ਸਾਲ ਹੈ, ਜੋ ਸਾਥੋਂ 34,000 ਰੋਸ਼ਨੀ ਸਾਲ ਦੂਰ ਹੈ। ਇਸ ਝੁਰਮਟ ਦੇ ਤਾਰੇ ਇੱਕ ਦੂਜੇ ਪਾਸੋਂ 1 ਰੋਸ਼ਨੀ ਸਾਲ ਦੂਰ ਹਨ। ਨੈਬੂਲਾ ਤਾਰਿਆਂ ਦੇ ਇਕੱਠ ਦੀ ਇੱਕ ਵੱਖਰੀ ਹੀ ਕਿਸਮ ਹੈ, ਜੋ ਸਾਨੂੰ ਆਕਾਸ਼ ਵਿੱਚ ਹਲਕੇ ਜਿਹੇ ਬੱਦਲ ਦੀ ਨਿਆਈ ਦਿਸਦੀ ਹੈ। ਕਈ ਨੈਬੂਲੀ ਸਾਡੇ ਬ੍ਰਹਿਮੰਡ ਦਾ ਹੀ ਹਿੱਸਾ ਹਨ, ਪਰ ਸਾਡੀ ਆਕਾਸ਼ ਗੰਗਾ ਵੱਖਰੇ ਵੱਖਰੇ ਬ੍ਰਹਿਮੰਡ ਹਨ।
ਉਹ ਨੈਬੂਲੀ ਜੋ ਸਾਡੀ ਦੁਨੀਆ ਦਾ ਹਿੱਸਾ ਹਨ ਦੋ ਤਰ੍ਹਾਂ ਦੇ ਹਨ, ਚਮਕਦਾਰ ਅਤੇ ਕਾਲੇ। ਸਾਨੂੰ ਕੁਝ 130 ਚਮਕਦਾਰ ਨੈਬੂਲੀ ਬਾਰੇ ਪਤਾ ਹੈ। ਇਹਨਾਂ ਸਾਰਿਆਂ ਦੇ ਕੇਂਦਰੀ ਭਾਗ ਵਿੱਚ ਇੱਕ ਚਮਕਦਾਰ ਤਾਰਾ ਜ਼ਰੂਰ ਹੁੰਦਾ ਹੈ। ਇਹ ਸਾਥੋਂ ਬਹੁਤ ਦੂਰ ਹਨ। ਸਭ ਤੋਂ ਨੇੜੇ ਵਾਲਾ ਚਮਕਦਾਰ ਨੈਬੂਲਾ ਸਾਥੋਂ 1000 ਰੋਸ਼ਨੀ ਸਾਲ ਦੂਰ ਹੈ। ਇਸੇ ਤਰ੍ਹਾਂ ਸਰਵਨ ਦੀ ਵਹਿੰਗੀ ਦੇ ਐਨ ਵਿਚਕਾਰ ਘੋੜੇ ਦੀ ਸ਼ਕਲ ਵਰਗਾ ਇੱਕ ਕਾਲਾ ਨੈਬੂਲਾ ਹੈ। ਲੀਰਾ ਨਾਮੀ ਸੰਗ੍ਰਹਿ ਵਿੱਚ ਰਿੰਗ ਨੈਬੂਲਾ ਸਭ ਤੋਂ ਸਾਫ਼ ਨਜ਼ਰ ਆਉਂਦਾ ਹੈ। ਇਸ ਦੀ ਸ਼ਕਲ ਗੋਲ ਛੱਲੇ ਵਰਗੀ ਹੈ। ਵ੍ਰਿਸ਼ਭ ਨਾਮੀ ਰਾਸ ਵਿੱਚ ਇਸੇ ਤਰ੍ਹਾਂ ਦਾ ਇੱਕ ਨੈਬੂਲਾ ਹੈ ਜਿਸ ਨੂੰ ਕ੍ਰੈਬ ਨੈਬੂਲਾ ਕਹਿੰਦੇ ਹਨ, ਕਿਉਂਕਿ ਇਸ ਦੀ ਸ਼ਕਲ ਕੇਂਕੜੇ ਵਰਗੀ ਹੈ। ਸਾਡੇ ਬ੍ਰਹਿਮੰਡ ਤੋਂ ਬਾਹਰਲੇ ਨੈਬੂਲੀ ਅਸਲ ਵਿੱਚ ਸਾਡੀ ਆਕਾਸ਼ ਗੰਗਾ ਵਰਗੇ ਦੂਜੇ ਬ੍ਰਹਿਮੰਡ ਹਨ, ਜਿਹੜੇ ਲੱਖਾਂ ਕਰੋੜਾਂ ਰੋਸ਼ਨੀ ਸਾਲ ਦੂਰ ਹੋਣ ਕਰਕੇ ਪੁਲਾੜ ਵਿੱਚ ਮੱਕੜੀ ਦੇ ਜਾਲਿਆਂ ਵਾਂਗ ਲਟਕ ਰਹੇ ਹਨ। ਇਹਨਾਂ ਵਿੱਚੋਂ ਐਂਡਰੋਮੀਡਾ ਸੰਗ੍ਰਹਿ ਦੇ ਨੈਬੂਲਾ ਨੂੰ ਛੱਡ ਕੇ ਹੋਰ ਕੋਈ ਵੀ ਟੈਲੀਸਕੋਪ ਦੀ ਸਹਾਇਤਾ ਤੋਂ ਬਿਨਾਂ ਨਜ਼ਰ ਨਹੀਂ ਆਉਂਦਾ। ਐਂਡਰੋਮੀਡਾ ਸੰਗ੍ਰਹਿ ਵਿਚਲਾ ਨੈਬੂਲਾ ਸਾਥੋਂ 7,50,000 ਰੋਸ਼ਨੀ ਸਾਲ ਦੂਰ ਹੈ। ਇਸ ਦਾ ਭਾਵ ਇਹ ਹੈ ਕਿ ਉਸ ਬ੍ਰਹਿਮੰਡ ਦੀ ਉਹ ਰੋਸ਼ਨ ਦੀ ਕਿਰਨ ਜਿਹੜੀ ਹੁਣ ਸਾਡੇ ਤੀਕ ਪਹੁੰਚ ਰਹੀ ਹੈ, ਆਪਣੇ ਉਸ ਤੋਂ ਕੋਈ 7,50,000 ਸਾਲ ਪਹਿਲਾਂ ਉੱਥੋਂ ਚੱਲੀ ਸੀ। ਇਸੇ ਤਰ੍ਹਾਂ ਨੈਬੂਲਾ ਵਿੱਚ ਸਾਡੇ ਸੂਰਜ ਵਰਗੇ 10,000,000,000 ਤਾਰੇ ਹਨ। ਪੁਲਾੜ ਵਿੱਚ ਕਈ ਕਰੋੜਾਂ ਨੈਬੂਲੀ ਇਸ ਤਰ੍ਹਾਂ ਖਿਲਰੇ ਹੋਏ ਹਨ ਜਿਸ ਤਰ੍ਹਾਂ ਕਿ ਇੱਕ ਅਨੰਤ ਸਾਗਰ ਵਿੱਚ ਅਣਗਿਣਤ ਟਾਪੂ। ਸਾਡੀ ਆਕਾਸ਼ ਗੰਗਾ ਦਾ ਬ੍ਰਹਿਮੰਡ ਜਿਸ ਵਿੱਚ ਸਾਡੇ ਆਕਾਸ਼ ਦੇ ਅਣਗਿਣਤ ਟਾਪੂ ਸਾਡੀ ਆਕਾਸ਼ ਗੰਗਾ ਦਾ ਬ੍ਰਹਿਮੰਡ ਹੈ, ਜਿਸ ਵਿੱਚ ਸਾਡੀ ਆਕਾਸ਼ ਦੇ ਅਣਗਿਣਤ ਤਾਰੇ ਸ਼ਾਮਲ ਹਨ। ਸਾਰ ਜਾਂ ਰਚਨਾ ਸ੍ਰਿਸ਼ਟੀ ਦੇ ਕਰੋੜਾਂ ਨੈਬੂਲੇ ਵਿੱਚੋਂ ਇੱਕ ਹੈ। ਸਭ ਤੋਂ 1 ਕਰੋੜ ਰੋਸ਼ਨੀ ਸਾਲ ਦੂਰੀ ਦੇ ਘੇਰੇ ਵਿੱਚ ਇੱਕੋ ਜਿਹੇ 1000 ਬ੍ਰਹਿਮੰਡ ਹਨ। ਸਾਡਾ ਸੂਰਜ ਆਪਣੇ ਸਾਰੇ ਪਰਿਵਾਰ ਸਮੇਤ ਆਕਾਸ਼ ਗੰਗਾ ਵਾਲੇ ਬ੍ਰਹਿਮੰਡ ਵਿੱਚ ਰੇਤ ਦੇ ਇੱਕ ਕਿਨਕੇ ਦੀ ਨਿਆਈ ਹੈ। ਸਿਆਲ ਵਿੱਚ ਰਾਤ ਨਿਆਈ ਹੈ। ਫੈਲ ਰਹੀ ਸ੍ਰਿਸ਼ਟੀ ਵਿੱਚ ਜਿਤਨੇ ਵੀ ਬ੍ਰਹਿਮੰਡ ਹਨ, ਸ੍ਰਿਸ਼ਟੀ ਦੇ ਕੇਂਦਰ ਤੋਂ ਪਰੇ ਵੱਲ ਦੌੜ ਰਹੇ ਹਨ, ਪਰ ਸਾਰਿਆਂ ਦੀ ਰਫ਼ਤਾਰ ਇੱਕੋ ਜਿੰਨੀ ਨਹੀਂ। ਅਨੁਮਾਨ ਲਗਾਇਆ ਗਿਆ ਹੈ ਕਿ ਕਿਸੇ ਬ੍ਰਹਿਮੰਡ ਦਾ ਸ੍ਰਿਸ਼ਟੀ ਦੇ ਕੇਂਦਰ ਕੋਲੋਂ ਜਿੰਨਾ ਫਾਸਲਾ ਜ਼ਿਆਦਾ ਹੁੰਦਾ ਹੈ, ਉਤਨੀ ਹੀ ਉਹਦੀ ਰਫ਼ਤਾਰ ਵੱਧ ਹੈ। ਸਾਡੀ ਸ੍ਰਿਸ਼ਟੀ ਇੱਕ ਪਕਾਨੇ ਦੀ ਨਿਆਈ ਹੈ ਜਿਸ ਉੱਤੇ ਥੋੜ੍ਹੀ ਵਿੱਥ 'ਤੇ ਕਈ ਨਿਸ਼ਾਨ ਹੋਣ। ਜਦੋਂ ਅਸੀਂ ਉਸ ਪਕਾਨੇ ਵਿੱਚ ਹਵਾ ਭਰਦੇ ਹਾਂ ਤਾਂ ਉਹ ਨਿਸ਼ਾਨ ਇੱਕ ਦੂਜੇ ਕੋਲੋਂ ਨਿਖੜਨੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਨਿਸ਼ਾਨਾਂ ਵਾਂਗ ਸਾਰੀ ਸ੍ਰਿਸ਼ਟੀ ਦੇ ਬ੍ਰਹਿਮੰਡ ਇੱਕ ਦੂਜੇ ਕੋਲੋਂ ਬੜੀ ਤੇਜ਼ ਰਫ਼ਤਾਰ ਨਾਲ ਦੂਰ ਹਟ ਰਹੇ ਹਨ। ਇਸ ਗੱਲ ਦਾ ਸਬੂਤ ਇਹਨਾਂ ਬ੍ਰਹਿਮੰਡਾਂ ਦੀ ਰੋਸ਼ਨੀ ਦੀ ਪੜਤਾਲ ਕਰਨ ਤੋਂ ਮਿਲਦਾ ਹੈ। ਜਦੋਂ ਕਿਸੇ ਇੱਕ ਥਾਂ ਖੜੇ ਪ੍ਰਕਾਸ਼ਮਾਨ ਕੇਂਦਰ ਦੀ ਰੋਸ਼ਨੀ ਸਪੈਕਟਰੋਸਕੋਪ ਨਾਲ ਪਿੱਛੋਂ ਲੰਘਾਈ ਜਾਵੇ ਤਾਂ ਰੋਸ਼ਨੀ 7 ਰੰਗਾਂ ਦੀਆਂ ਲਹਿਰਾਂ ਵਿੱਚ ਵੰਡੀ ਜਾਂਦੀ ਹੈ। ਇਹਨਾਂ ਲਹਿਰਾਂ ਤੋਂ ਇਲਾਵਾ ਉਸ ਵਿੱਚ ਕਾਲੀਆਂ ਤੇ ਚਿੱਟੀਆਂ ਲੀਕਾਂ ਨਜ਼ਰ ਆਉਂਦੀਆਂ ਹਨ। ਕਿਸੇ ਬ੍ਰਹਿਮੰਡ ਦੀ ਟੈਲੀਸਕੋਪ ਰਾਹੀਂ ਫੋਕਸ ਕੀਤੀ ਰੋਸ਼ਨੀ ਵਿੱਚ ਵੀ ਇਹੋ ਜਿਹੀਆਂ ਲੀਕਾਂ ਦਿਖਦੀਆਂ ਹਨ। ਪਰ ਫਰਕ ਸਿਰਫ ਇਹ ਹੈ ਕਿ ਇਹ ਲੀਕਾਂ ਸਪੈਕਟਰੋਸਕੋਪ ਦੀ ਨਾਲ ਲਾਲ ਲਹਿਰਾਂ ਵੱਲ ਸਰਕਦੀਆਂ ਨਜ਼ਰ ਆਉਂਦੀਆਂ ਹਨ। ਕੋਈ ਬ੍ਰਹਿਮੰਡ ਜਿੰਨੀ ਤੇਜ਼ੀ ਨਾਲ ਸ੍ਰਿਸ਼ਟੀ ਦੇ ਕੇਂਦਰ ਤੋਂ ਦੂਰ ਜਾ ਰਿਹਾ ਹੋਵੇਗਾ, ਉਤਨੀ ਹੀ ਤੇਜ਼ੀ ਨਾਲ ਇਹ ਲੀਕਾਂ ਲਾਲ ਲਹਿਰਾਂ ਵੱਲ ਸਰਕਦੀਆਂ ਦਿਸਣਗੀਆਂ। ਇਹਨਾਂ ਲੀਕਾਂ ਦੇ ਲਾਲ ਲਹਿਰਾਂ ਵੱਲ ਸਰਕਣ ਨੂੰ ਰੈੱਡ ਸ਼ਿਫਟ ਕਹਿੰਦੇ ਹਨ। ਜੇ ਅਸੀਂ ਕਿਸੇ ਖੁੱਲ੍ਹੀ ਥਾਂ ਰੇਲ ਦੀ ਪਟੜੀ ਕੋਲ ਖੜੋ ਜਾਈਏ ਤਾਂ ਸਾਡੇ ਵੱਲ ਆ ਰਹੇ ਇੰਜਨ ਦੀ ਸੀਟੀ ਦੀ ਆਵਾਜ਼ ਜਿਉਂ-ਜਿਉਂ ਸਾਡੇ ਨੇੜੇ ਆਈ ਜਾਵੇਗਾ ਤੇਜ਼ ਹੁੰਦੀ ਜਾਵੇਗੀ, ਅਤੇ ਜਿਉਂ-ਜਿਉਂ ਉਹ ਸਾਡੇ ਕੋਲੋਂ ਦੂਰ ਹੁੰਦਾ ਜਾਵੇਗਾ ਉਹਦੀ ਆਵਾਜ਼ ਮੱਧਮ ਪੈਂਦੀ ਜਾਵੇਗੀ। ਇਸ ਦਾ ਕਾਰਨ ਇਹ ਹੈ ਕਿ ਸਾਡੀ ਵੱਲ ਆ ਰਿਹਾ ਇੰਜਨ ਆਵਾਜ਼ ਦੀਆਂ ਲਹਿਰਾਂ ਨੂੰ ਸਾਡੀ ਵੱਲ ਧੱਕ ਰਿਹਾ ਹੁੰਦਾ ਹੈ, ਅਤੇ ਇਸ ਦਬਾਅ ਦੇ ਕਾਰਨ ਲਹਿਰਾਂ ਛੋਟੀਆਂ-ਛੋਟੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਆਵਾਜ਼ ਉੱਚੀ ਸੁਣਾਈ ਦਿੰਦੀ ਹੈ। ਇਸ ਦੇ ਉਲਟ ਜਿਉਂ-ਜਿਉਂ ਇੰਜਨ ਸਾਡੇ ਪਾਸੋਂ ਦੂਰ ਹੁੰਦਾ ਜਾਂਦਾ ਹੈ, ਲਹਿਰਾਂ ਦਾ ਦਬਾਅ ਘੱਟ ਜਾਣ ਨਾਲ ਲਹਿਰਾਂ ਲੰਮੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਆਵਾਜ਼ ਮੱਧਮ ਪਈ ਜਾਂਦੀ ਹੈ। ਇਸ ਤਰ੍ਹਾਂ ਸਾਡੇ ਵੱਲ ਆ ਰਹੇ ਤਾਰੇ ਦੀ ਰੋਸ਼ਨੀ ਦੀਆਂ ਲਹਿਰਾਂ ਛੋਟੀਆਂ ਹੋ ਜਾਂਦੀਆਂ ਹਨ ਅਤੇ ਸਾਡੇ ਵੱਲੋਂ ਦੂਰ ਜਾ ਰਹੇ ਤਾਰੇ ਦੀ ਰੋਸ਼ਨੀ ਦੀਆਂ ਲਹਿਰਾਂ ਵੱਡੀਆਂ ਹੋ ਜਾਂਦੀਆਂ ਹਨ। ਕਿਉਂਕਿ ਸਾਰੇ ਬ੍ਰਹਿਮੰਡਾਂ ਦੀ ਰੋਸ਼ਨੀ ਦੀਆਂ ਲਹਿਰਾਂ ਸਪੈਕਟਰੋਸਕੋਪ ਦੀਆਂ ਵਿੱਚ ਲੰਮੀਆਂ ਹੁੰਦੀਆਂ ਨਜ਼ਰ ਆਉਂਦੀਆਂ ਹਨ, ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਬ੍ਰਹਿਮੰਡ ਸਾਡੇ ਤੋਂ ਦੂਰ ਜਾ ਰਹੇ ਹਨ। ਸ੍ਰਿਸ਼ਟੀ ਦਾ ਇਹ ਫੈਲਣਾ ਸਾਇੰਸ ਲਈ ਬੜੇ ਪੇਚੀਦਾ ਪ੍ਰਸ਼ਨ ਖੜੇ ਕਰਦਾ ਹੈ। ਜਦੋਂ ਅਸੀਂ ਕਿਸੇ ਤਾਰੇ ਵੱਲ ਵੇਖਦੇ ਹਾਂ ਤਾਂ ਅਸਲ ਵਿੱਚ ਉਸ ਦੀ ਵਰਤਮਾਨ ਸਥਿਤੀ ਨਹੀਂ ਵੇਖ ਰਹੇ ਹੁੰਦੇ, ਬਲਕਿ ਅਸੀਂ ਉਸ ਦੇ ਉਤਨੇ ਸਾਲ ਦੀ ਸਥਿਤੀ ਵੇਖ ਰਹੇ ਹੁੰਦੇ ਹਨ ਜਿੰਨੇ ਰੋਸ਼ਨੀ ਸਾਲ ਉਹ ਸਾਥੋਂ ਦੂਰ ਹੈ। ਕਈ ਬ੍ਰਹਿਮੰਡ ਜਿਨ੍ਹਾਂ ਦੀ ਰੋਸ਼ਨੀ ਸਾਡੇ ਤੱਕ ਪਹੁੰਚਣ ਲਈ ਕਰੋੜਾਂ ਸਾਲ ਲੱਗਦੇ ਹਨ, ਉਹ ਉਸ ਥਾਂ 'ਤੇ ਨਹੀਂ ਜਿੱਥੇ ਉਹ ਸਾਨੂੰ ਅੱਜ ਦਿਖ ਰਹੇ ਹਨ, ਕਿਉਂਕਿ ਉਹ ਪਹਿਲੀ ਸਥਿਤੀ ਤੋਂ ਕਈ ਅਰਬਾਂ ਮੀਲ ਅੱਗੇ ਜਾ ਚੁੱਕੇ ਹਨ। ਇਸ ਲਈ ਕਿਸੇ ਬ੍ਰਹਿਮੰਡ ਦੀ ਕਿਸੇ ਖਾਸ ਸਮੇਂ ਪੁਲਾੜ ਦੀ ਸਥਿਤੀ ਨਿਯਤ ਕਰਨ ਲਈ ਸਾਨੂੰ ਉਸ ਦੀ ਲੰਬਾਈ, ਚੌੜਾਈ ਤੇ ਡੂੰਘਾਈ ਦੇ ਨਾਲ-ਨਾਲ ਵਕਤ ਦੀ ਵੀ ਮਿਣਤੀ ਕਰਨੀ ਪਵੇਗੀ। ਸੋ ਸਾਇੰਸਦਾਨਾਂ ਲਈ ਹਰ ਆਕਾਸ਼ੀ ਪਿੰਡ ਦੀਆਂ 2 ਹਾਲਤਾਂ ਹੁੰਦੀਆਂ ਹਨ, ਇੱਕ ਤਾਂ ਜਿੱਥੇ ਉਹ ਹੁਣ ਨਜ਼ਰ ਆ ਰਿਹਾ ਹੈ ਤੇ ਦੂਜੀ ਜਿੱਥੇ ਵਾਸਤਵ ਵਿੱਚ ਇਸ ਵੇਲੇ ਹੈ।
ਸਭ ਤੋਂ ਨੇੜੇ ਵਾਲੇ ਤਾਰੇ ਪ੍ਰੈਕਸੀਮਾ ਸੈਂਟਰੀ ਦੀ ਮਿਸਾਲ ਲਓ। ਇਹ ਸਾਥੋਂ 4.4 ਰੋਸ਼ਨੀ ਸਾਲ ਦੂਰ ਹੈ। ਫਰਜ਼ ਕਰੋ ਉਹ ਕਿਸੇ ਦੁਰਘਟਨਾ ਦੇ ਕਾਰਨ ਅੱਜ ਨਸ਼ਟ ਹੋ ਜਾਵੇ, ਤਾਂ ਇਸ ਬਾਰੇ ਸਾਨੂੰ ਅੱਜ ਹੀ ਨਹੀਂ ਬਲਕਿ ਅੱਜ ਤੋਂ 4.4 ਸਾਲ ਪਿੱਛੋਂ ਪਤਾ ਲੱਗੇਗਾ, ਜਦੋਂ ਕਿ ਉਸ ਦੀ ਆਖਰੀ ਕਿਰਨ ਸਾਡੇ ਤੱਕ ਪਹੁੰਚੇਗੀ। ਇਹ ਗੱਲ ਦੂਸਰੇ ਖਿਲਰੇ ਬ੍ਰਹਿਮੰਡਾਂ ਬਾਰੇ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ, ਕਿਉਂਕਿ ਇੱਕ ਤਾਂ ਉਹ ਬਹੁਤ ਦੂਰ ਹਨ, ਦੂਜੇ ਉਹ ਹਰ ਸੈਕਿੰਡ ਲੱਖਾਂ ਮੀਲਾਂ ਦੀ ਰਫ਼ਤਾਰ ਨਾਲ ਆਪਣੀ ਸਥਿਤੀ ਬਦਲ ਰਹੇ ਹਨ। ਜੇ ਫਰਜ਼ ਕਰ ਲਿਆ ਜਾਵੇ ਕਿ ਸਾਡੇ ਬ੍ਰਹਿਮੰਡ ਸਮੇਂ ਦੇ ਮੁੱਢ ਤੋਂ ਹੀ ਸ੍ਰਿਸ਼ਟੀ ਦੇ ਕੇਂਦਰ ਤੋਂ ਦੂਰ ਜਾ ਰਹੇ ਹਨ, ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਉਹ ਸਾਰੇ ਇੱਕੋ ਹੀ ਥਾਂ ਤੋਂ ਇੱਕੋ ਹੀ ਸਮੇਂ ਚੱਲਣੇ ਸ਼ੁਰੂ ਹੋਣਗੇ। ਇਹਨਾਂ ਦੀ ਵਰਤਮਾਨ ਰਫ਼ਤਾਰ ਤੋਂ ਹਿਸਾਬ ਲਾ ਕੇ ਪਤਾ ਲੱਗਦਾ ਹੈ ਕਿ ਅੱਜ ਤੋਂ 500 ਬਿਲੀਅਨ ਸਾਲ ਪਹਿਲਾਂ ਇੱਕ ਅਦਭੁਤ ਦਿਨ ਇਹ ਉਸ ਕੇਂਦਰ ਤੋਂ ਚੱਲਣੇ ਸ਼ੁਰੂ ਹੋਏ ਹੋਣੇ ਹਨ, ਅਤੇ ਉਸ ਦਿਨ ਅਥਾਹ ਕੁੱਪ ਹਨੇਰੇ ਵਿੱਚੋਂ ਚਿਲਮਿਲ ਕਰਦੇ ਹੋਏ ਕਰੋੜਾਂ ਤਾਰਿਆਂ ਦਾ ਪੁਲਾੜ ਜਗਮਗਾ ਉੱਠਿਆ ਹੋਣਾ ਹੈ। ਜਦੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸ੍ਰਿਸ਼ਟੀ ਬੜੀ ਤੇਜ਼ ਰਫ਼ਤਾਰ ਨਾਲ ਫੈਲ ਰਹੀ ਹੈ, ਤਾਂ ਸਵਾਲ ਉੱਠਦਾ ਹੈ ਕਿ ਪੁਲਾੜ ਵਿੱਚ ਜਾ ਰਹੇ ਅਖੀਰਲੇ ਬ੍ਰਹਿਮੰਡਾਂ ਤੋਂ ਅੱਗੇ ਕੀ ਹੈ। ਜਿਹੜੇ ਬ੍ਰਹਿਮੰਡ ਸਾਨੂੰ ਵੱਡੇ ਤੋਂ ਵੱਡੇ ਟੈਲੀਸਕੋਪ ਰਾਹੀਂ ਦਿਖਦੇ ਹਨ, ਉਹ 2,000,000,000,000,000 ਕਰੋੜ ਰੋਸ਼ਨੀ ਸਾਲ ਦੂਰ ਹਨ। ਹਿਸਾਬ ਨਾਲ ਉਹਨਾਂ ਦੀ ਰੋਸ਼ਨੀ ਦੀ ਰਫ਼ਤਾਰ ਦਾ 2/3 ਰਫ਼ਤਾਰ ਨਾਲ ਪਰੇ ਜਾ ਰਹੇ ਹਨ। ਪਰ ਜੇ ਇਹ ਇੱਕੋ ਜਿਹਾ ਵੱਡਾ ਟੈਲੀਸਕੋਪ ਹੋਵੇ ਜਿਸ ਨਾਲ ਅਸੀਂ 250 ਬਿਲੀਅਨ ਰੋਸ਼ਨੀ ਸਾਲ ਦੀ ਦੂਰੀ ਤੱਕ ਦੇਖ ਸਕੀਏ, ਤਾਂ ਉਹ ਤਾਰਿਆਂ ਦੀ ਰਫ਼ਤਾਰ ਰੋਸ਼ਨੀ ਦੀ ਰਫ਼ਤਾਰ ਦੇ ਬਰਾਬਰ ਹੋ ਜਾਏਗੀ। ਪਰ ਜੇ ਉਹ ਇਸ ਰਫ਼ਤਾਰ ਨਾਲ ਸਾਡੇ ਤੋਂ ਦੂਰ ਜਾ ਰਹੇ ਹੋਣਗੇ, ਤਾਂ ਪ੍ਰਸਿੱਧ ਵਿਗਿਆਨਕ ਨਿਊਟਨ ਦੇ ਕਥਨ ਅਨੁਸਾਰ ਉਹਨਾਂ ਦੀ ਰੋਸ਼ਨੀ ਕਦੀ ਵੀ ਸਾਡੇ ਤੱਕ ਪਹੁੰਚ ਨਹੀਂ ਸਕੇਗੀ। ਇੱਕ ਹੋਰ ਪ੍ਰਸਿੱਧ ਵਿਗਿਆਨਕ ਆਇਨਸਟਾਈਨ ਦੇ ਕਥਨ ਅਨੁਸਾਰ ਕਿਸੇ ਵੀ ਠੋਸ ਪਦਾਰਥ ਦੀ ਰਫ਼ਤਾਰ ਰੋਸ਼ਨੀ ਦੀ ਰਫ਼ਤਾਰ ਤੋਂ ਵੱਧ ਨਹੀਂ ਹੋ ਸਕਦੀ। ਭਾਵ ਇਹ ਕਿ ਇਸ ਫਾਸਲੇ ਤੋਂ ਅੱਗੇ ਹੋਰ ਕੋਈ ਵੀ ਬ੍ਰਹਿਮੰਡ ਨਹੀਂ ਹੋ ਸਕਦੇ। ਇਹ ਸ੍ਰਿਸ਼ਟੀ ਦਾ ਅੰਤ ਹੈ। ਜਦੋਂ ਕਿਸੇ ਠੋਸ ਪਦਾਰਥ ਦੀ ਰਫ਼ਤਾਰ ਰੋਸ਼ਨੀ ਦੀ ਰਫ਼ਤਾਰ ਦੇ ਨੇੜੇ ਪਹੁੰਚਦੀ ਹੈ, ਤਾਂ ਉਸ ਦਾ ਘਣਫਲ ਵਧਣ ਲੱਗ ਪੈਂਦਾ ਹੈ। ਜਦੋਂ ਉਹਦੀ ਰਫ਼ਤਾਰ ਰੋਸ਼ਨੀ ਦੀ ਰਫ਼ਤਾਰ ਜਿੰਨੀ ਹੋ ਜਾਂਦੀ ਹੈ, ਤਾਂ ਉਹਦਾ ਘਣਫਲ ਅਨੰਤ ਹੋ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਉਹ ਪਦਾਰਥ ਠੋਸ ਹਾਲਤ ਵਿੱਚ ਨਹੀਂ ਰਹਿੰਦਾ, ਅਰਥਾਤ ਕਿਸੇ ਠੋਸ ਪਦਾਰਥ ਦੀ ਰਫ਼ਤਾਰ ਰੋਸ਼ਨੀ ਦੀ ਰਫ਼ਤਾਰ ਦੇ ਲਾਗੇ ਤੱਕ ਹੀ ਅੱਪੜ ਸਕਦੀ ਹੈ, ਪਰ ਉਸ ਜਿੰਨੀ ਨਹੀਂ ਹੋ ਸਕਦੀ। ਬਹੁਤ ਤੇਜ਼ ਰਫ਼ਤਾਰ ਦੇ ਕਾਰਨ ਕਿਸੇ ਪਦਾਰਥ ਦੇ ਘਣਫਲ ਦੇ ਵਧਣ ਦੇ ਨਾਲ ਨਾਲ ਇੱਕ ਹੋਰ ਅਨੋਖੀ ਗੱਲ ਇਹ ਹੁੰਦੀ ਹੈ ਕਿ ਬਾਕੀ ਪਦਾਰਥਾਂ ਦੇ ਮੁਕਾਬਲੇ ਵਿੱਚ ਉਸ ਨਾਲ ਸੰਬੰਧਿਤ ਸਮਾਂ ਵੀ ਫਲਣ ਲੱਗਦਾ ਹੈ। ਜੇ ਅਸੀਂ ਕਿਸੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਰਾਕਟ ਵਿੱਚ ਬੈਠ ਜਾਈਏ, ਤਾਂ ਉਸ ਦੇ ਵਿੱਚ ਬੀਤਿਆ 1 ਮਿੰਟ ਧਰਤੀ ਤੇ ਬੀਤੇ 1 ਮਿੰਟ ਨਾਲੋਂ ਜ਼ਿਆਦਾ ਲੰਮਾ ਹੋਵੇਗਾ। ਆਮ ਰਫ਼ਤਾਰ ਤੇ ਇਹ ਪਰਿਵਰਤਨ ਅਸੀਂ ਇਤਨਾ ਮਹਿਸੂਸ ਨਹੀਂ ਕਰਦੇ, ਪਰ ਰੋਸ਼ਨੀ ਦੀ ਰਫ਼ਤਾਰ ਲੱਗੇ ਪਹੁੰਚਣ ਤੱਕ ਸਮਾਂ ਅਤਿਅੰਤ ਫੈਲ ਜਾਂਦਾ ਹੈ ਤੇ ਇੰਜ ਲੱਗਦਾ ਹੈ ਕਿ ਸਮਾਂ ਚੱਲਣੋਂ ਹੀ ਬੰਦ ਹੋ ਗਿਆ ਹੈ। ਇਹ ਪਰਿਵਰਤਨ ਰੋਸ਼ਨੀ ਦੀ ਅੱਧੀ ਰਫ਼ਤਾਰ ਤੇ ਮਹਿਸੂਸ ਹੋਣਾ ਸ਼ੁਰੂ ਹੁੰਦਾ ਹੈ। ਇੱਕ ਜਰਮਨ ਸਾਇੰਸਦਾਨ ਡਾਕਟਰ ਜ਼ੀਗਰ ਦੇ ਕਥਨ ਅਨੁਸਾਰ, ਜੇ ਅਸੀਂ ਪੁਲਾੜ ਵਿੱਚ ਚੱਲਣ ਵਾਲੇ ਇੱਕ ਜਹਾਜ਼ ਵਿੱਚ ਬੈਠ ਜਾਈਏ ਜਿਸ ਦੀ ਰਫ਼ਤਾਰ ਦੀ ਰੋਸ਼ਨੀ ਦੀ ਰਫ਼ਤਾਰ ਦਾ 99.9999999999999999999999999999 ਪ੍ਰਤੀ ਸੈਂਕੜਾ ਹੋਵੇ, ਤਾਂ ਜੇ ਉਸ ਵਿੱਚ ਬੈਠਣ ਵਾਲੇ ਆਪਣੀਆਂ ਘੜੀਆਂ ਅਨੁਸਾਰ 33 ਸਾਲ ਸਫ਼ਰ ਕਰ ਚੁੱਕਣ, ਤਾਂ ਧਰਤੀ ਤੇ ਉਸ ਸਮੇਂ ਸਾਲ ਵਿੱਚ 100 ਬਿਲੀਅਨ ਸਾਲ ਬੀਤ ਚੁੱਕੇ ਹੋਣਗੇ। ਕਿਉਂਕਿ ਇਸ ਸਫ਼ਰ ਨੂੰ ਪੂਰਾ ਕਰਨ ਲਈ ਚੰਦਰਮਾ ਜਿੰਨੇ ਠੋਸ ਪਦਾਰਥਾਂ ਨੂੰ ਸ਼ਕਤੀ ਵਿੱਚ ਬਦਲਣ ਦੀ ਲੋੜ ਪਵੇਗੀ। ਇਸ ਕਰਕੇ ਇਸ ਕਿਸਮ ਦੇ ਤਜਰਬੇ ਕਰਨ ਦੀ ਸੰਭਾਵਨਾ ਨਹੀਂ। ਪਰ 30 ਕੁ ਪ੍ਰਕਾਸ਼ ਸਾਲ ਦੂਰ ਤਾਰਿਆਂ ਤੱਕ ਮਨੁੱਖ ਆਪਣੇ ਜੀਵਨ ਵਿੱਚ ਹੀ ਪਹੁੰਚ ਸਕਦਾ ਹੈ। ਪੁਲਾੜ ਵਿੱਚ ਸਫ਼ਰ ਦੀਆਂ ਔਕੜਾਂ। ਪੁਲਾੜ ਵੀ ਇੱਕ ਸ਼ੀਸ਼ੇ ਸਾਫ਼ ਦੀ ਨਿਆਈ ਚੁੱਪਚਾਪ ਤੇ ਖੜੇ ਪਾਣੀ ਦੀ ਝੀਲ ਵਾਂਗ ਹੈ, ਜਿਸ ਦਾ ਨਾ ਕੋਈ ਆਦ ਹੈ ਨਾ ਅੰਤ ਹੈ। ਹਾਂ, ਇਸ ਵਿੱਚ ਦੂਰ ਦੂਰ ਘੁੰਮਣ ਘੇਰੀਆਂ ਵੀ ਹਨ। ਇਸ ਦੇ ਉਸ ਹਿੱਸੇ ਵਿੱਚ ਜਿਹੜਾ ਤਾਰਿਆਂ ਜਾਂ ਸਿਆਰਿਆਂ ਕੋਲੋਂ ਦੂਰ ਹੈ, ਪੂਰਨ ਚੁੱਪਚਾਪ ਹੈ। ਕੋਈ ਰਾਕਟ ਜਾਂ ਜਹਾਜ਼ ਇਸ ਦੇ ਹਿੱਸੇ ਵਿੱਚ ਜਿੱਧਰ ਜੀ ਚਾਹੇ ਜਾ ਸਕਦਾ ਹੈ। ਪਰ ਤਾਰਿਆਂ ਜਾਂ ਸਿਆਰਿਆਂ ਦੇ ਲਾਗੇ ਦਾ ਇਲਾਕਾ, ਜਿੱਥੋਂ ਤੱਕ ਉਹਨਾਂ ਦੀ ਖਿੱਚ ਦਾ ਅਸਰ ਰਹਿੰਦਾ ਹੈ, ਝੀਲ ਦੀਆਂ ਘੁੰਮਣ ਘੇਰੀਆਂ ਵਾਂਗ ਹੈ। ਜੇ ਰਾਕਟ ਇਸ ਕਿਸਮ ਦੀ ਕਿਸੇ ਘੁੰਮਣ ਘੇਰੀ ਵਿੱਚ ਫਸ ਜਾਵੇ, ਤਾਂ ਉਹ ਸਿਆਰੇ ਦੇ ਵਾਯੂਮੰਡਲ ਵਿੱਚ ਟੁੱਟਦੇ ਤਾਰੇ ਵਾਂਗ ਜਾਂ ਕਿਸੇ ਤਾਰੇ ਦੀ ਅੱਗ ਵਿੱਚ ਇੱਕ ਭੰਬਟ ਵਾਂਗ ਸਦਾ ਲਈ ਭਸਮ ਹੋ ਜਾਵੇਗਾ। ਇਸ ਦੇ ਉਲਟ, ਜੇ ਕੋਈ ਰਾਕਟ ਕਿਸੇ ਸਿਆਰੇ ਦੀ ਸਤ੍ਹਾ ਤੋਂ ਪੁਲਾੜ ਦੇ ਸਫ਼ਰ ਲਈ ਜਾਣਾ ਚਾਹੇ, ਤਾਂ ਉਸ ਕੋਲੋਂ ਉਸ ਘੁੰਮਣ ਘੇਰੀ ਵਿੱਚੋਂ ਬਾਹਰ ਨਿਕਲਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਵੱਡੀ ਕਠਿਨਾਈ ਉਸ ਸਿਆਰੇ ਦੀ ਆਪਣੀ ਖਿੱਚ ਹੈ, ਜਿਸ ਕਾਰਨ ਕੋਈ ਚੀਜ਼ ਉਸ ਦੀ ਕੈਦ ਵਿੱਚੋਂ ਸਾਹਿਲ ਬਾਹਰ ਨਹੀਂ ਨਿਕਲ ਸਕਦੀ। ਧਰਤੀ ਦੀ ਖਿੱਚ ਦੇ ਅਸਰ ਨੂੰ ਦੂਰ ਕਰਨ ਲਈ ਰਾਕਟ ਨੂੰ ਇੱਕ ਖਾਸ ਰਫ਼ਤਾਰ ਦੀ ਲੋੜ ਹੈ, ਜਿਸ ਨੂੰ ਸੁਤੰਤਰ ਗਤੀ ਕਹਿੰਦੇ ਹਨ। ਜੇ ਕੋਈ ਰਾਕਟ ਧਰਤੀ ਤੋਂ 300 ਮੀਲ ਉੱਪਰ ਪਹੁੰਚਣ ਲਈ 24,800 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਕਾਇਮ ਰੱਖ ਸਕੇ,
ਤਾਂ ਉਹ ਧਰਤੀ ਦੀ ਖਿੱਚ ਤੋਂ ਸਦਾ ਲਈ ਆਜ਼ਾਦ ਹੋ ਜਾਵੇਗਾ। ਪਰ ਜੇ ਉਹਦੀ ਰਫ਼ਤਾਰ ਸੁਤੰਤਰ ਗਤੀ ਤੋਂ ਘੱਟ ਰਹੇ ਤਾਂ ਉਹ ਵਾਯੂਮੰਡਲ ਦੇ ਉੱਪਰ ਘੁੰਮਣ ਘੇਰੀ ਦੇ ਆਲੇ ਦੁਆਲੇ ਫਿਰ ਰਹੇ ਪੱਤੇ ਵਾਂਗ ਧਰਤੀ ਦਾ ਗ੍ਰਹਿ ਬਣ ਕੇ ਧਰਤੀ ਦੇ ਇਰਦ ਗਿਰਦ ਚੱਕਰ ਕੱਟਦਾ ਰਹੇਗਾ। ਧਰਤੀ ਦੀ ਘੁੰਮਣ ਘੇਰੀ ਦੇ ਲਾਗੇ ਚੰਦਰਮਾ ਦੀ ਇੱਕ ਹੋਰ ਨਿੱਕੀ ਜਿਹੀ ਘੁੰਮਣ ਘੇਰੀ ਹੈ। ਕੋਈ ਵੀ ਰਾਕਟ ਜਿਹੜਾ ਧਰਤੀ ਤੋਂ 24,800 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਾਹਰ ਜਾ ਰਿਹਾ ਹੋਵੇ, ਉਹ ਚੰਦਰਮਾ ਦੇ 34,000 ਮੀਲ ਨੇੜੇ, ਜਿੱਥੇ ਚੰਦਰਮਾ ਦੀ ਖਿੱਚ ਧਰਤੀ ਦੀ ਖਿੱਚ ਦੇ ਬਰਾਬਰ ਹੈ, ਲੰਘ ਜਾਵੇਗਾ ਤੇ ਬਾਕੀ ਗ੍ਰਹਿਾਂ ਵਾਂਗ ਸੂਰਜ ਦਾ ਇੱਕ ਨਿੱਕਾ ਜਿਹਾ ਗ੍ਰਹਿ ਬਣ ਜਾਵੇਗਾ। ਪਰ ਜੇ ਉਹ ਰਾਕਟ ਕੁਝ ਘੱਟ ਰਫ਼ਤਾਰ ਨਾਲ ਚੰਦਰਮਾ ਦੀ ਘੁੰਮਣ ਘੇਰੀ ਕੋਲੋਂ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਚੰਦਰਮਾ ਉਹਨੂੰ ਆਪਣੇ ਵੱਲ ਖਿੱਚ ਲਵੇਗਾ। 24,800 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਰਾਕਟ ਸੂਰਜ ਦਾ ਗ੍ਰਹਿ ਬਣ ਜਾਵੇਗਾ, ਕਿਉਂਕਿ ਇਹ ਚੰਦਰਮਾ ਜਾਂ ਧਰਤੀ ਦੀ ਘੁੰਮਣ ਘੇਰੀ ਤੋਂ ਵੀ ਇੱਕ ਹੋਰ ਵੱਡੀ ਸੂਰਜ ਦੀ ਘੁੰਮਣ ਘੇਰੀ ਵਿੱਚ ਫਸਿਆ ਹੋਇਆ ਹੈ। ਇਸ ਦਾ ਭਾਵ ਨਹੀਂ ਕਿ ਉਹ ਸੂਰਜ ਵਿੱਚ ਡਿੱਗ ਕੇ ਭਸਮ ਹੋ ਜਾਵੇਗਾ। ਸੂਰਜ ਦੇ ਲਿਹਾਜ਼ ਨਾਲ ਰਾਕਟ 91,400 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਚੱਲ ਰਿਹਾ ਹੋਵੇਗਾ। ਇਸ ਵਿੱਚ 24,800 ਮੀਲ ਉਸਦੀ ਆਪਣੀ ਰਫ਼ਤਾਰ ਤੇ 66,600 ਮੀਲ ਪ੍ਰਤੀ ਘੰਟਾ ਧਰਤੀ ਦੀ ਰਫ਼ਤਾਰ ਵਿੱਚ ਸ਼ਾਮਲ ਹੈ। ਮੰਗਲ ਧਰਤੀ ਤੋਂ ਬਾਹਰਲਾ ਗ੍ਰਹਿ ਹੈ। ਇਸ ਵੱਲ ਪਹੁੰਚਣ ਲਈ ਸੂਰਜ ਦੀ ਘੁੰਮਣ ਘੇਰੀ ਦੇ ਬਾਹਰ ਵੱਲ ਜਾਣਾ ਪਵੇਗਾ। ਇਸ ਲਈ ਰਾਕਟ ਦੀ ਰਫ਼ਤਾਰ ਧਰਤੀ ਦੀ ਰਫ਼ਤਾਰ ਕੋਲੋਂ ਵੱਧ ਹੋਣੀ ਚਾਹੀਦੀ ਹੈ। ਵੀਨਸ ਧਰਤੀ ਤੋਂ ਅੰਦਰਲਾ ਵਾਲਾ ਗ੍ਰਹਿ ਹੈ। ਇਸ ਵਿੱਚ ਪਹੁੰਚਣ ਲਈ ਸੂਰਜ ਦੀ ਘੁੰਮਣ ਘੇਰੀ ਦੇ ਅੰਦਰ ਵੱਲ ਜਾਣਾ ਪਵੇਗਾ। ਇਸ ਲਈ ਰਾਕਟ ਦੀ ਤਾਕਤ ਧਰਤੀ ਦੀ ਰਫ਼ਤਾਰ ਨਾਲੋਂ ਘੱਟ ਹੋਣੀ ਚਾਹੀਦੀ ਹੈ। ਸੋ ਮੰਗਲ ਗ੍ਰਹਿ ਵੱਲ ਜਾਣ ਲਈ ਅਸੀਂ ਰਾਕਟ ਨੂੰ ਉਸ ਪਾਸੇ ਛੱਡਦੇ ਹਾਂ, ਫਿਰ ਜਿਸ ਪਾਸੇ ਧਰਤੀ ਸੂਰਜ ਦੇ ਗਿਰਦ ਜਾ ਰਹੀ ਹੈ। ਪਰ ਸ਼ੁੱਕਰ ਵਿੱਚ ਪਹੁੰਚਣ ਲਈ ਰਾਕਟ ਨੂੰ ਧਰਤੀ ਦੀ ਸੂਰਜ ਦੇ ਗਿਰਦ ਚਾਲ ਦੇ ਉਲਟੇ ਪਾਸੇ ਵੱਲ ਛੱਡਦੇ ਹਾਂ। ਮੰਗਲ ਵੱਲ ਜਾਣ ਲਈ ਰਾਕਟ ਦੀ ਰਫ਼ਤਾਰ ਸੁਤੰਤਰ ਗਤੀ ਤੋਂ ਵੱਲ ਪ੍ਰਤੀ ਮੀਲ ਘੰਟਾ ਵੱਧ ਹੋਣੀ ਚਾਹੀਦੀ ਹੈ। ਇਹ ਵਾਧੂ ਰਫ਼ਤਾਰ ਧਰਤੀ ਦੀ ਰਫ਼ਤਾਰ ਵਿੱਚ ਜੁੜ ਕੇ ਰਾਕਟ ਨੂੰ ਸੂਰਜ ਦੀ ਖਿੱਚ ਤੋਂ ਬਾਹਰ ਲੈ ਜਾਵੇਗੀ ਤੇ ਜੇ ਸਮੇਂ ਦਾ ਅੰਦਾਜ਼ਾ ਠੀਕ ਲਾਇਆ ਜਾਵੇ ਤਾਂ ਰਾਕਟ ਸਫ਼ਰ ਕਰਦਾ ਹੋਇਆ ਮੰਗਲ ਵਿੱਚ ਪਹੁੰਚ ਜਾਵੇਗਾ। ਇਸੇ ਤਰ੍ਹਾਂ ਰਾਕਟ ਦੀ ਜਿਤਨੀ ਰਫ਼ਤਾਰ ਸੁਤੰਤਰ ਗਤੀ ਤੋਂ ਵੱਧ ਹੈ, ਉਤਨੀ ਹੀ ਧਰਤੀ ਦੀ ਰਫ਼ਤਾਰ ਤੋਂ ਘੱਟ ਕਰਨ ਨਾਲ ਰਾਕਟ ਸੂਰਜ ਦੀ ਖਿੱਚ ਦੀ ਦਿਸ਼ਾ ਵੱਲ ਤੁਰ ਪਵੇਗਾ ਤੇ ਸ਼ੁੱਕਰ ਗ੍ਰਹਿ ਵਿੱਚ ਪਹੁੰਚ ਜਾਵੇਗਾ। ਮੰਗਲ ਵਿੱਚ ਪਹੁੰਚਣ ਲਈ 260 ਦਿਨ ਤੇ ਵੀਨਸ ਵਿੱਚ ਪਹੁੰਚਣ ਲਈ 146 ਦਿਨ ਲੱਗਣਗੇ। ਜਿਸ ਤਰ੍ਹਾਂ ਸਾਨੂੰ ਧਰਤੀ ਦੀ ਘੁੰਮਣ ਘੇਰੀ ਵਿੱਚੋਂ ਬਾਹਰ ਨਿਕਲਣ ਲਈ 24,800 ਮੀਲ ਪ੍ਰਤੀ ਘੰਟਾ ਰਫ਼ਤਾਰ ਦੀ ਲੋੜ ਹੈ, ਇਸੇ ਤਰ੍ਹਾਂ ਸੂਰਜ ਦੀ ਘੁੰਮਣ ਘੇਰੀ ਵਿੱਚੋਂ ਨਿਕਲਣ ਲਈ 36,800 ਮੀਲ ਪ੍ਰਤੀ ਘੰਟਾ ਰਫ਼ਤਾਰ ਦੀ ਲੋੜ ਹੈ। ਇਸ ਰਫ਼ਤਾਰ ਨਾਲ ਸੂਰਜ ਦੇ ਆਖਰੀ ਸਿਆਰੇ ਪਲੂਟੋ ਦੇ ਨੇੜੇ ਪਹੁੰਚਣ ਤੱਕ ਰਾਕਟ ਦੀ ਹਾਲਤ ਉਸ ਮਨੁੱਖ ਵਰਗੀ ਹੋਵੇਗੀ ਜਿਹੜਾ ਪਹਾੜ ਦੀ ਚੋਟੀ ਤੱਕ ਪਹੁੰਚਦਿਆਂ ਹੱਫ ਗਿਆ ਹੋਵੇ ਤੇ ਥੱਕ ਕੇ ਚੋਟੀ ਤੇ ਬੈਠ ਗਿਆ ਹੋਵੇ। ਸੂਰਜ ਦੀ ਘੁੰਮਣ ਘੇਰੀ ਵਿੱਚ ਮਸਾਂ ਹੀ ਬਾਹਰ ਪਹੁੰਚ ਕੇ ਰਾਕਟ ਘੁੰਮਣ ਘੇਰੀ ਦੇ ਬਾਹਰ ਇੱਕ ਪੱਤੇ ਵਾਂਗ ਕਰੋੜਾਂ ਸਾਲ ਫਿਰਦਾ ਆਖਰ ਵਿੱਚ ਸਭ ਤੋਂ ਨੇੜੇ ਵਾਲੇ ਪ੍ਰਾਕਿਸੀਮਾ ਸੈਂਟਰੀ ਵਿੱਚ ਪਹੁੰਚ ਜਾਵੇਗਾ। ਤੁਸੀਂ ਪੁੱਛੋਗੇ ਕਿ ਪੁਲਾੜ ਦੀ ਖੋਜ ਕਰਨ ਦਾ ਸਾਨੂੰ ਕੀ ਲਾਭ? ਇਸ ਦਾ ਉੱਤਰ ਇਹ ਹੈ ਕਿ ਮਨੁੱਖ ਦੀ ਆਤਮਾ ਸਦਾ ਆਪਣੇ ਗਿਆਨ ਦੇ ਦਾਇਰੇ ਨੂੰ ਵਧਾਉਣ ਵਿੱਚ ਹੀ ਖੁਸ਼ੀ ਮਹਿਸੂਸ ਕਰਦੀ ਹੈ। ਇਹ ਦਾਇਰਾ ਜਿਤਨਾ ਵੱਧਦਾ ਜਾਂਦਾ ਹੈ ਉਤਨਾ ਹੀ ਉਸਨੂੰ ਹੋਰ ਜ਼ਿਆਦਾ ਵਧਾਉਣ ਦੀ ਤਾਂਘ ਵੱਧਦੀ ਜਾਂਦੀ ਹੈ। ਇਹ ਤਾਂਘ ਉਸਨੂੰ ਨਿਤ ਨਵੇਂ ਆਕਾਸ਼, ਨਿਤ ਨਵੇਂ ਮੰਡਲਾਂ ਵੱਲ ਖਿੱਚ ਕੇ ਲੈ ਜਾਂਦੀ ਹੈ। ਇਸੇ ਵਿਕਾਸ ਵਿੱਚ ਹੀ ਮਨੁੱਖੀ ਆਤਮਾ ਦਾ ਕਲਿਆਣ ਹੈ। ਪੁਲਾੜ ਦਾ ਸਫ਼ਰ। ਫਰਜ਼ ਕਰੀਏ ਅਸੀਂ ਪੁਲਾੜ ਦੇ ਸਫ਼ਰ ਲਈ ਇੱਕ ਐਸਾ ਰਾਕਟ ਰੂਪੀ ਜਹਾਜ਼ ਬਣਾ ਲਿਆ ਹੈ ਜਿਹੜਾ ਰੋਸ਼ਨੀ ਦੀ ਰਫ਼ਤਾਰ 18,06,000 ਮੀਲ ਪ੍ਰਤੀ ਸੈਕਿੰਡ ਨਾਲ ਕਈ ਹਜ਼ਾਰਾਂ ਸਾਲਾਂ ਤੱਕ ਸਫ਼ਰ ਕਰ ਸਕਦਾ ਹੈ ਤੇ ਜਿਸ ਵਿੱਚ ਜ਼ਿੰਦਗੀ ਦੀਆਂ ਲੋੜਾਂ ਪੂਰਾ ਕਰਨ ਲਈ ਹਰ ਚੀਜ਼ ਮੌਜੂਦ ਹੈ। ਅਸੀਂ ਦੁਪਹਿਰ ਦੇ ਐਨ 12 ਵਜੇ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ। ਜਹਾਜ਼ ਨੂੰ ਚਲਾ ਕੇ ਇੰਜਨ ਨੂੰ ਗਰਮ ਕਰਨ ਲਈ ਪਹਿਲੇ 1 ਸੈਕਿੰਡ ਵਿੱਚ ਅਸੀਂ ਧਰਤੀ ਦੇ 7 ਚੱਕਰ ਕਰਦੇ ਹਾਂ ਤੇ ਫਿਰ ਜਹਾਜ਼ ਦਾ ਮੂੰਹ ਬਾਹਰ ਵੱਲ ਕਰਕੇ ਸ੍ਰਿਸ਼ਟੀ ਦੇ ਸਫ਼ਰ ਤੇ ਨਿਕਲ ਤੁਰਦੇ ਹਾਂ। ਅੱਧੇ ਸੈਕਿੰਡ ਪਿੱਛੋਂ ਜਦੋਂ ਅਸੀਂ ਵਾਯੂਮੰਡਲ ਵਿੱਚੋਂ ਬਾਹਰ ਨਿਕਲਦੇ ਹਾਂ ਤਾਂ ਸਾਨੂੰ ਆਕਾਸ਼ ਕਾਲਾ ਸ਼ਾਹ ਲੱਗਣ ਲੱਗ ਪੈਂਦਾ ਹੈ, ਕਿਉਂਕਿ ਆਕਾਸ਼ ਧਰਤੀ ਦੇ ਗਿਰਦ ਫੈਲੇ ਵਾਯੂਮੰਡਲ ਦੇ ਕਾਰਨ ਹੀ ਸਾਨੂੰ ਨੀਲੇ ਰੰਗ ਦਾ ਲੱਗਦਾ ਹੈ। ਹੁਣ ਦਿਨ ਦਿਹਾੜੇ ਦੇ ਤਾਰੇ ਵੀ ਸਧਾਰਨ ਤੋਂ ਜ਼ਿਆਦਾ ਰੋਸ਼ਨੀ ਨਾਲ ਚਮਕਦੇ ਦਿਖਦੇ ਹਨ। ਸੂਰਜ ਪਹਿਲਾਂ ਵਾਂਗ ਹੀ ਚਮਕ ਰਿਹਾ ਹੈ, ਪਰ ਇਸ ਦੇ ਆਲੇ ਦੁਆਲੇ ਅੱਗ ਦੇ ਭਾਂਬੜ ਪੁਲਾੜ ਵਿੱਚ ਲੱਖਾਂ ਮੀਲ ਦੀ ਦੂਰੀ ਤੱਕ ਫੈਲੇ ਹੋਏ ਦਿਖਦੇ ਹਨ ਤਾਂ ਸਾਨੂੰ ਸਿਰਫ ਪੂਰਨ ਸੂਰਜ ਗ੍ਰਹਿਣ ਸਮੇਂ ਹੀ ਦਿਖਦੇ ਸਨ। 1 ਸੈਕਿੰਡ ਪਿੱਛੋਂ ਅਸੀਂ ਅੱਖ ਦੇ ਫੋਰ ਵਿੱਚ ਚੰਦਰਮਾ ਦੇ ਕੋਲੋਂ ਲੰਘ ਜਾਂਦੇ ਹਾਂ। ਹੁਣ ਜਦੋਂ ਅਸੀਂ ਪਿਛਾਂਹ ਵੱਲ ਝਾਤੀ ਮਾਰਦੇ ਹਾਂ ਤਾਂ ਚੰਦਰਮਾ ਅਤੇ ਜ਼ਮੀਨ ਸੁੰਗੜ ਕੇ ਬਾਕੀ ਤਾਰਿਆਂ ਵਾਂਗ ਚਮਕ ਰਹੇ ਦਿਖਦੇ ਹਨ। 8 ਮਿੰਟ ਪਿੱਛੋਂ ਅਸੀਂ ਸੂਰਜ ਦੇ ਲਾਗਿਓਂ ਲੰਘਦੇ ਹਾਂ। ਸੂਰਜ ਦਾ ਭਖਦਾ ਤੇ ਭਾਂਬੜਾਂ ਵਾਂਗ ਬਲ ਰਿਹਾ ਆਕਾਸ਼ ਵੇਖ ਕੇ ਮਨ ਭੈਭੀਤ ਹੋ ਜਾਂਦਾ ਹੈ। ਇਸ ਦੀਆਂ ਲਾਟਾਂ ਇਸ ਦੀ ਸਤ੍ਹਾ ਤੋਂ ਲੱਖਾਂ ਮੀਲ ਦੂਰ ਵੱਲ ਉਮੜ ਰਹੀਆਂ ਹਨ। ਇਸ ਦੀ ਸਤ੍ਹਾ ਤੇ ਅੱਗ ਦੇ ਲੱਖਾਂ ਵੱਡੇ ਵਾਵਰੋਲੇ ਜੇ ਰਹੇ ਹਨ, ਫਿਰ ਰਹੇ ਦਿਖਦੇ ਹਨ। ਇਹ ਇਤਨੇ ਵੱਡੇ ਹਨ ਕਿ ਇਹਨਾਂ ਵਿੱਚੋਂ ਕੇਵਲ ਇੱਕ ਹੀ ਸਾਡੀ ਸਾਰੀ ਦੀ ਸਾਰੀ ਧਰਤੀ ਸਮਾ ਸਕਦੀ ਹੈ।
ਕੁਝ ਹੋਰ ਮਿੰਟਾਂ ਪਿੱਛੋਂ ਅਸੀਂ ਮੰਗਲ ਗ੍ਰਹਿ ਕੋਲੋਂ ਲੰਘਦੇ ਹਾਂ। ਸਾਨੂੰ ਇਸ ਦੇ ਵੱਡੇ ਵੱਡੇ ਸੂਰਜ ਦੀ ਰੋਸ਼ਨੀ ਵਿੱਚ ਚਮਕ ਰਹੇ ਰੇਤਲੇ ਮੈਦਾਨ ਨਜ਼ਰ ਆਉਂਦੇ ਹਨ। ਅਸੀਂ ਹਾਲੀ ਇਹ ਵੇਖਣ ਦੀ ਕੋਸ਼ਿਸ਼ ਵਿੱਚ ਹੀ ਹਾਂ ਕਿ ਇਸ ਵਿੱਚ ਸਾਡੇ ਵਰਗੇ ਮਨੁੱਖ ਰਹਿੰਦੇ ਹਨ ਜਾਂ ਨਹੀਂ, ਕਿ ਅਸੀਂ ਅੱਖ ਦੇ ਫੋਰ ਵਿੱਚ ਇਸ ਪਾਸੋਂ ਦੂਰ ਲੰਘ ਜਾਂਦੇ ਹਾਂ। ਫਿਰ ਕਈ ਕਰੋੜਾਂ ਮੀਲ ਐਸਟਰੋਇਡਸ ਮੰਗਲ ਅਤੇ ਬ੍ਰਹਿਸਪਤੀ ਦੇ ਦਰਮਿਆਨ ਇੱਕ ਗ੍ਰਹਿ ਦੇ ਟੁੱਟ ਫੁੱਟ ਨਾਲ ਜਾਣ ਨਾਲ ਬਣੀਆਂ ਅਣਗਿਣਤ ਨਿੱਕੀਆਂ ਨਿੱਕੀਆਂ ਧਰਤੀਆਂ ਲਾਗੇ ਪਹੁੰਚ ਜਾਂਦੇ ਹਨ। ਅੱਧੇ ਘੰਟੇ ਮਗਰੋਂ ਅਸੀਂ ਜੁਪੀਟਰ ਪਾਸੋਂ ਲੰਘ ਰਹੇ ਹੁੰਦੇ ਹਾਂ ਤੇ ਇਸ ਤੇ ਬੱਦਲਾਂ ਤੇ ਪੈ ਰਹੀ ਧੁੱਪ ਦਾ ਸਾਡੇ ਤੇ ਇੱਕ ਪਲ ਲਈ ਲਿਸ਼ਕਾਰਾ ਵੀ ਪੈਂਦਾ ਹੈ। ਹੋਰ ਅੱਧੇ ਘੰਟੇ ਪਿੱਛੋਂ ਅਸੀਂ ਸੈਚਰਨ ਲਾਗੇ ਪਹੁੰਚ ਜਾਂਦੇ ਹਾਂ ਤੇ ਇੱਕ ਪਲ ਲਈ ਅਸੀਂ ਇਸ ਦੇ ਆਲੇ ਦੁਆਲੇ ਘੁੰਮ ਰਹੇ ਪਟੇ ਰੂਪੀ ਅਣਗਿਣਤ ਚੰਦਰਮਾ ਦਾ ਚੱਕਰ ਵੇਖਦੇ ਹਾਂ। ਹੁਣ ਅਸੀਂ ਕੁਝ ਸਮੇਂ ਲਈ ਆਰਾਮ ਕਰ ਸਕਦੇ ਹਾਂ, ਕਿਉਂਕਿ ਸਵਾ ਘੰਟੇ ਬਾਅਦ ਅਸੀਂ ਯੂਰੇਨਸ ਪਾਸੋਂ ਦੀ ਲੰਘਾਂਗੇ ਤੇ ਉਸ ਤੋਂ ਅੱਗੇ ਹੋਰ 1.5 ਘੰਟੇ ਪਿੱਛੋਂ ਨੈਪਚੂਨ ਤੇ ਫਿਰ ਕੁਝ ਹੋਰ ਸਮੇਂ ਪਿੱਛੋਂ ਪਲੂਟੋ ਪਾਸ ਪਹੁੰਚ ਜਾਵਾਂਗੇ। ਪਲੂਟੋ ਸਾਡੇ ਸੂਰਜ ਦੇ ਪਰਿਵਾਰ ਦਾ ਆਖਰੀ ਗ੍ਰਹਿ ਹੈ। ਭਾਵੇਂ ਅਸੀਂ ਇਹ ਸਾਰਾ ਸਫ਼ਰ ਰੋਸ਼ਨੀ ਦੀ ਤੇਜ਼ ਰਫ਼ਤਾਰ ਨਾਲ ਕਰ ਰਹੇ ਹਾਂ, ਪਰ ਫਿਰ ਵੀ ਸਫ਼ਰ ਤੋਂ ਕੁਝ ਤੰਗ ਪੈ ਗਏ ਹਾਂ, ਕਿਉਂਕਿ ਸਾਨੂੰ ਪੁਲਾੜ ਵਿੱਚ ਮਨ ਪਰਚਾਉਣ ਲਈ ਆਲੇ ਦੁਆਲੇ ਹੁਣ ਕੁਝ ਵੀ ਨਹੀਂ ਦਿਖਦਾ। ਜਦੋਂ ਅਸੀਂ ਹੁਣ ਪਿਛਾਂਹ ਵੱਲ ਝਾਤੀ ਮਾਰਦੇ ਹਾਂ ਤਾਂ ਸੂਰਜ ਸਾਨੂੰ ਇੱਕ ਬਹੁਤ ਮੱਧਮ ਤਾਰੇ ਵਾਂਗ ਨਜ਼ਰ ਆਉਂਦਾ ਹੈ ਤੇ ਸਾਡੀ ਧਰਤੀ ਦਾ ਕਿਤੇ ਕੋਈ ਨਾਂ ਨਿਸ਼ਾਨ ਵੀ ਨਹੀਂ ਦਿਖਦਾ। ਹੁਣ ਸਾਨੂੰ ਆਪਣੀ ਰਫ਼ਤਾਰ ਕੁਝ ਤੇਜ਼ ਕਰਨੀ ਪਵੇਗੀ, ਕਿਉਂਕਿ ਜੇ ਅਸੀਂ ਇਸੇ ਰਫ਼ਤਾਰ ਨਾਲ ਸਫ਼ਰ ਕਰਦੇ ਰਹੇ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਫਿਰ ਧਰਤੀ 'ਤੇ ਪਹੁੰਚਣ ਦੀ ਆਸ ਨਹੀਂ ਰੱਖ ਸਕਾਂਗੇ। ਸੋ ਅਸੀਂ ਆਪਣੇ ਜਹਾਜ਼ ਦੀ ਰਫ਼ਤਾਰ ਰੋਸ਼ਨੀ ਦੀ ਰਫ਼ਤਾਰ ਤੋਂ 10 ਲੱਖ ਗੁਣਾ ਜ਼ਿਆਦਾ ਵਧਾ ਲੈਂਦੇ ਹਾਂ। ਇਸ ਰਫ਼ਤਾਰ ਨਾਲ 2.25 ਮਿੰਟਾਂ ਵਿੱਚ ਅਸੀਂ ਸੂਰਜ ਦੇ ਸਭ ਤੋਂ ਨੇੜੇ ਵਾਲੇ ਤਾਰੇ ਐਲਫਾ ਸੈਂਟਰੀ ਪਾਸੋਂ ਅੱਖ ਦੇ ਫੋਰ ਵਿੱਚ ਲੰਘ ਜਾਂਦੇ ਹਾਂ। ਜੇ ਅਸੀਂ ਆਪਣੀ ਰਫ਼ਤਾਰ ਰੋਸ਼ਨੀ ਦੀ ਰਫ਼ਤਾਰ ਨਾਲੋਂ 10 ਲੱਖ ਗੁਣਾ ਨਾ ਵਧਾਈ ਹੁੰਦੀ ਤਾਂ ਸਾਨੂੰ ਇਸ ਤਾਰੇ ਪਾਸ ਪਹੁੰਚਣ ਲਈ ਤਕਰੀਬਨ 4.25 ਸਾਲ ਲੱਗ ਜਾਣੇ ਸਨ। ਹੋਰ 2 ਮਿੰਟਾਂ ਪਿੱਛੋਂ ਅਸੀਂ ਸੀਰੀਅਸ ਲਾਗੇ ਪਹੁੰਚ ਜਾਂਦੇ ਹਾਂ। ਇਹ ਤਾਰਾ ਸਾਨੂੰ ਧਰਤੀ ਤੋਂ ਆਕਾਸ਼ ਦੇ ਸਭ ਤਾਰਿਆਂ ਨਾਲੋਂ ਵੱਧ ਚਮਕਦਾ ਦਿਖਦਾ ਹੈ। ਇਸ ਦੀ ਰੋਸ਼ਨੀ ਸੂਰਜ ਦੀ ਰੋਸ਼ਨੀ ਨਾਲੋਂ 10 ਗੁਣਾ ਵੱਧ ਹੈ। ਇਸ ਦੇ ਨਾਲ ਹੀ ਇੱਕ ਹੋਰ ਨਿੱਕਾ ਜਿਹਾ ਤਾਰਾ ਹੈ ਜਿਸ ਦਾ ਨਾਮ ਪੱਪ ਹੈ। ਇਹ ਸੀਰੀਅਸ ਕੋਲੋਂ ਬਹੁਤ ਮੱਧਮ ਹੈ ਅਤੇ ਇਸ ਦੇ ਇੱਕ ਘਨ ਇੰਚ ਬਰਾਬਰ ਦਾ ਪਦਾਰਥ ਭਾਰ 1 ਟਨ ਦੇ ਬਰਾਬਰ ਹੈ। ਅਸੀਂ ਆਪਣੇ ਜਹਾਜ਼ ਨੂੰ ਇਸ ਦੀ ਜ਼ਬਰਦਸਤ ਖਿੱਚ ਕੋਲੋਂ ਬੜੀ ਮੁਸ਼ਕਲ ਨਾਲ ਬਚਾਉਂਦੇ ਹਾਂ। ਹੁਣ ਅਸੀਂ 2-4 ਮਿੰਟਾਂ ਪਿੱਛੋਂ ਵੱਡੇ ਵੱਡੇ ਤਾਰਿਆਂ ਕੋਲੋਂ ਲੰਘਦੇ ਹਾਂ। ਇਹਨਾਂ ਵਿੱਚੋਂ ਕਈ ਇਤਨੇ ਵੱਡੇ ਹਨ ਕਿ ਸਾਡਾ ਸੂਰਜ ਇਹਨਾਂ ਸਾਹਮਣੇ ਨਿੱਕਾ ਜਿਹਾ ਬੱਚਾ ਲੱਗਦਾ ਹੈ। ਅਸੀਂ ਆਪਣੇ ਜਹਾਜ਼ ਦਾ ਮੂੰਹ ਹੁਣ ਆਕਾਸ਼ ਗੰਗਾ ਵੱਲ ਫੇਰਦੇ ਹਾਂ। ਕਈ ਦਿਨਾਂ ਦੇ ਸਫ਼ਰ ਪਿੱਛੋਂ ਅਸੀਂ ਵੇਖਦੇ ਹਾਂ ਕਿ ਸਾਡੇ ਆਸ-ਪਾਸ ਤਾਰੇ ਬਹੁਤ ਸੰਘਣੇ ਹੋ ਗਏ ਹਨ। ਤਾਰਿਆਂ ਦੀ ਸਪੀਡ ਵਿੱਚੋਂ ਲੰਘਦਿਆਂ ਕਈ ਦਿਨ ਬੀਤ ਜਾਂਦੇ ਹਨ ਤੇ ਆਖਰ ਤਾਰੇ ਫਿਰ ਪਹਿਲਾਂ ਵਾਂਗੂ ਵਿਰਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਆਪਣੇ ਬ੍ਰਹਿਮੰਡ ਦੇ ਕੇਂਦਰੀ ਭਾਗ ਵਿੱਚੋਂ ਲੰਘ ਕੇ ਪਰਲੇ ਪਾਸੇ ਬਾਹਰ ਵੱਲ ਆ ਰਹੇ ਹਾਂ। ਹੁਣ ਸਾਨੂੰ ਆਪਣੇ ਸੂਰਜ ਤੋਂ ਤੁਰਿਆਂ 18 ਦਿਨ ਲੰਘ ਗਏ ਹਨ। ਹੋਰ 2 ਹਫ਼ਤਿਆਂ ਪਿੱਛੋਂ ਅਸੀਂ ਆਪਣੇ ਬ੍ਰਹਿਮੰਡ ਦੇ ਦੂਜੇ ਕਿਨਾਰੇ ਤੇ ਪਹੁੰਚ ਜਾਂਦੇ ਹਾਂ। ਰੋਸ਼ਨੀ ਦੀ ਰਫ਼ਤਾਰ ਤੇ ਸਫ਼ਰ ਕਰਦਿਆਂ ਸਾਨੂੰ ਆਪਣੀ ਧਰਤੀ ਤੋਂ ਪਲੂਟੋ ਤੱਕ ਪਹੁੰਚਣ ਵਿੱਚ 6 ਘੰਟੇ ਲੱਗੇ ਸਨ। ਜੇ ਅਸੀਂ ਉਸੇ ਰਫ਼ਤਾਰ ਤੇ ਸਫ਼ਰ ਕਰਦੇ ਰਹਿੰਦੇ ਤਾਂ ਹੁਣ ਤੱਕ 1 ਮਹੀਨੇ ਦੀ ਥਾਂ 1 ਲੱਖ ਸਾਲ ਲੱਗਣੇ ਸਨ। ਪਿਛਲੇ 4 ਹਫ਼ਤਿਆਂ ਵਿੱਚ ਸਾਡਾ ਜਹਾਜ਼ ਲਗਭਗ 50,000 ਤਾਰਿਆਂ ਵਿੱਚੋਂ ਲੰਘ ਚੁੱਕਾ ਹੈ। ਇਹਨਾਂ ਵਿੱਚੋਂ ਪ੍ਰਿਥਵੀ ਤੇ ਸਾਨੂੰ ਸਿਰਫ 1-2 ਬਾਰੇ ਹੀ ਥੋੜ੍ਹਾ ਬਹੁਤ ਪਤਾ ਸੀ। ਪਿਛਾਂਹ ਸਾਰਾ ਪੁਲਾੜ ਸਾਰੇ ਬ੍ਰਹਿਮੰਡ ਦੇ ਤਾਰਿਆਂ ਨਾਲ ਭਰਿਆ ਪਿਆ ਹੈ। ਪਰ ਕਈ ਹਫ਼ਤਿਆਂ ਦੇ ਸਫ਼ਰ ਪਿੱਛੋਂ ਆਕਾਸ਼ ਗੰਗਾ ਸਾਨੂੰ ਹੌਲੀ-ਹੌਲੀ ਸੁੰਗੜਦੀ ਨਜ਼ਰ ਆਉਂਦੀ ਹੈ ਤੇ ਮੱਕੜੀ ਦੇ ਛੋਟੇ ਜਿਹੇ ਜਾਲੇ ਵਾਂਗ ਆਕਾਸ਼ ਵਿੱਚ ਲਟਕਦੀ ਦਿਖਦੀ ਹੈ। ਹੁਣ ਸਾਨੂੰ ਆਪਣੇ ਬ੍ਰਹਿਮੰਡ ਦੇ ਆਖਰੀ ਤਾਰੇ ਪਾਸੋਂ ਲੰਘਿਆ 2 ਮਹੀਨੇ ਹੋ ਗਏ ਹਨ। ਇਸ ਲਈ ਇਸ ਗੱਲ ਬਾਰੇ ਬਿਲਕੁਲ ਵੀ ਸਾਨੂੰ ਇਹ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਤੇ ਜਿਸ ਥਾਂ 'ਤੇ ਅਸੀਂ ਖੜੇ ਹਾਂ ਸਾਨੂੰ ਸਿਰਫ ਇਹੀ ਮਹਿਸੂਸ ਹੋ ਰਿਹਾ ਹੈ ਕਿ ਦਿਨ ਪ੍ਰਤੀ ਦਿਨ ਸਾਡਾ ਬ੍ਰਹਿਮੰਡ ਸੁੰਗੜ ਕੇ ਹੋਰ ਵੀ ਛੋਟਾ ਹੋ ਰਿਹਾ ਹੈ ਤੇ ਇਸ ਦੀ ਸ਼ਕਲ ਇੱਕ ਛੋਟੇ ਜਿਹੇ ਉੱਭਰੇ ਹੋਏ ਲੈਂਸ ਵਾਂਗ ਲੱਗਣ ਲੱਗ ਪਈ ਹੈ। ਇੱਧਰ ਉੱਧਰ ਨਜ਼ਰ ਫੇਰਨ ਨਾਲ ਸਾਨੂੰ ਦੂਰ ਪੁਲਾੜ ਵਿੱਚ ਇਹੋ ਜਿਹੇ ਅਣਗਿਣਤ ਹੋਰ ਲਟਕਰੇ ਜਾਲੇ ਦਿਸਣ ਲੱਗ ਪੈਂਦੇ ਹਨ। ਇਹ ਸਾਡੀ ਆਕਾਸ਼ ਗੰਗਾ ਵਰਗੇ ਅਣਗਿਣਤ ਹੋਰ ਬ੍ਰਹਿਮੰਡ ਹਨ। ਭਾਵੇਂ ਅਸੀਂ ਰੋਸ਼ਨੀ ਤੋਂ 10 ਲੱਖ ਗੁਣਾ ਵੱਧ ਰਫ਼ਤਾਰ ਨਾਲ ਸਫ਼ਰ ਕਰ ਰਹੇ ਹਾਂ, ਪਰ ਇੰਜ ਲੱਗਦਾ ਹੈ ਕਿ ਅਸੀਂ ਇੱਕ ਥਾਂ ਸਥਿਰ ਖੜੇ ਹਾਂ। ਸਾਡੇ ਲਈ ਨਾ ਕੋਈ ਉੱਤਰ ਹੈ, ਨਾ ਦੱਖਣ ਹੈ, ਨਾ ਪੂਰਬ ਹੈ, ਨਾ ਪੱਛਮ ਹੈ, ਨਾ ਕੋਈ ਉੱਪਰ ਹੈ, ਨਾ ਕੋਈ ਥੱਲਾ ਹੈ। ਨਾ ਸਾਨੂੰ ਪਤਾ ਹੈ ਕਿ ਅਸੀਂ ਕਿਸ ਪਾਸਿਓਂ ਆ ਰਹੇ ਹਾਂ, ਨਾ ਕਿਸ ਪਾਸੇ ਜਾ ਰਹੇ ਹਾਂ, ਕਿਉਂਕਿ ਸਾਡੇ ਨੇੜੇ ਕੋਈ ਚੀਜ਼ ਹੀ ਨਹੀਂ ਜਿਸ ਤੋਂ ਅਸੀਂ ਆਪਣੀ ਰਫ਼ਤਾਰ ਜਾਂ ਦਿਸ਼ਾ ਦਾ ਪਤਾ ਲਾ ਸਕੀਏ। ਇਹ ਵੇਖ ਕੇ ਸਾਡੇ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਇਤਨੇ ਅਣਗਿਣਤ ਬ੍ਰਹਿਮੰਡਾਂ ਵਿੱਚੋਂ ਅਸੀਂ ਆਪਣਾ ਬ੍ਰਹਿਮੰਡ ਫਿਰ ਕਿਸ ਤਰ੍ਹਾਂ ਲੱਭਾਂਗੇ, ਤੇ ਜੇ ਕਦੀ ਅਸੀਂ ਆਪਣੇ ਬ੍ਰਹਿਮੰਡ ਨੂੰ ਪਛਾਣ ਵੀ ਕਰ ਲਈਏ ਤਾਂ ਕਰੋੜਾਂ ਤਾਰਿਆਂ ਵਿੱਚੋਂ ਆਪਣੇ ਨਿੱਕੇ ਜਿਹੇ ਸੂਰਜ ਤੇ ਫਿਰ ਉਸ ਵਿੱਚੋਂ ਨਿੱਕੀ ਜਿਹੀ ਧਰਤੀ ਨੂੰ ਕਿਵੇਂ ਲੱਭਾਂਗੇ। ਕਈ ਮਹੀਨੇ ਇਸੇ ਘਬਰਾਹਟ ਤੇ ਬੇਚੈਨੀ ਵਿੱਚ ਬੀਤ ਜਾਂਦੇ ਹਨ। ਆਖਰ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਕ ਹੋਰ ਬ੍ਰਹਿਮੰਡ ਦੇ ਨੇੜੇ ਪਹੁੰਚ ਰਹੇ ਹਾਂ।
ਧਰਤੀ ਦੀ ਯਾਦ ਸਤਾਉਣ ਲੱਗ ਪੈਂਦੀ ਹੈ। ਜਦ ਅਸੀਂ ਪਿਛਾਂਹ ਦੇਖਦੇ ਹਾਂ ਤਾਂ ਸਾਨੂੰ ਧਰਤੀ ਦਾ ਪਰਛਾਵਾਂ ਵੀ ਨਹੀਂ ਦਿਖਦਾ। ਅਸੀਂ ਉਸ ਤੋਂ ਅਰਬਾਂ ਕਰੋੜਾਂ ਮੀਲ ਦੂਰ ਆ ਗਏ ਹਾਂ। ਨਵੇਂ ਸੂਰਜ ਸਾਡੇ ਆਲੇ ਦੁਆਲੇ ਚਮਕ ਰਹੇ ਹਨ, ਪਰ ਆਪਣੇ ਮਨ ਨੂੰ ਟਿਕਾ ਕੇ ਅਸੀਂ ਇੱਕ ਹੰਭਲਾ ਮਾਰਦੇ ਹਾਂ ਅਤੇ ਇੱਕ ਪਲ ਵਿੱਚ ਆਪਣੀ ਪਿਆਰੀ ਧਰਤੀ ਅਤੇ ਆਪਣੇ ਨਿੱਕੇ ਜਿਹੇ ਘਰ ਵਿੱਚ ਪਹੁੰਚ ਜਾਂਦੇ ਹਾਂ। ਸਾਡੀ ਸਾਰੀ ਘਬਰਾਹਟ ਦੂਰ ਹੋ ਜਾਂਦੀ ਹੈ। ਸਾਡਾ ਨੀਲਾ ਨਿਰਮਲ ਆਕਾਸ਼, ਸਾਡਾ ਪਿਆਰਾ ਨਿੱਘਾ ਸੂਰਜ ਅਤੇ ਸਾਡੀ ਧਰਤੀ ਦੀ ਮਨੋਹਰ ਹਰਿਆਵਲ ਸਾਡੇ ਮਨ ਨੂੰ ਸ਼ਾਂਤ ਕਰ ਦਿੰਦੀ ਹੈ। ਅਸੀਂ ਆਖਰ ਮਹਿਸੂਸ ਕਰਦੇ ਹਾਂ ਕਿ ਸਾਡੇ ਸੁਖੀ ਅਤੇ ਸ਼ਾਂਤਮਈ ਜੀਵਨ ਲਈ ਸਾਡੀ ਨਿੱਕੀ ਜਿਹੀ ਧਰਤੀ ਹੀ ਕਾਫੀ ਹੈ। ਧੰਨਵਾਦ।